सतनाम वाहिगुरु साहिब जियो। मांझ महला तीजा। मनमुख पढ़ें पंडित कहावें, दूजे पाए महा दुख पावें। मनमुख पढ़ें पंडित कहावें, दूजे पाए महा दुख पावें। बिखया माते किछ सूझै नाही, फिर जूनी आवणिया। हाँ वारी जियों वारी, हाँ मैं मार मिलावणिया। गुरसेवा ते हर मन वसिया, हर रस सहज पियावणिया रहा। वेद पढ़ें हर रस नहीं आया, वाद वखाणे मोहे माया। अज्ञान मति सदा अंधियारा, गुरमुख बूझ हर गावणिया। अकथो कथिय शब्द सुहावै, गुरमति मन सच्चो पहावै। सच्चो सच रवह दिन राती, एह मन सच रंगावणिया। जो सच रते तिन सच्चो पहावै, आपे दे न पछोतावै। गुर कै शब्द सदा सच जाता, मिल सच्चे सुख पावणिया। कूड़ कुसत तिना मैल न लागै, गुर प्रसादी अन दिन जागै। निर्मल नाम वसै कट पीतर, ज्योति ज्योत मिलावणिया। त्रै गुण पढ़ें हर तत ना जाने, मूलों भुल्ले गुर शब्द ना पछाणे। मोह व्यापे किछु सूझै नाही, गुर शब्दी हर पावणिया। वेद पुकारै त्रिविध माया, मनमुख ना बूझें दूजै पहाया। त्रै गुण पढ़ें हर एक न जाने, बिन बूझे दुख पावणिया। जां तिस पहावै तां आप मिलाए, गुर शब्दी सहसा दुख चुकाए। नानक नावें की सच्ची वडियाई, नामो मन सुख पावणिया। जां तिस भावै तां आप मिलाए, गुर शब्दी सहसा दुख जाए दुख चुकाए। नानक नावें की सच्ची वडियाई, नामो मन सुख पावणिया। वाहिगुरु जी का खालसा, वाहिगुरु जी की फतेह। जुगो जुगो अटल धन धन गुरु ग्रंथ साहिब जी। गुरु पातशाह जी की अपार बख्शिश। शाम समय संगत दियां घड़ियां असीं माण रहे हाँ। ओंटारियो खालसा दरबार दे पावन स्थान विच, भावें असीं शरीरक तौर पर हाज़रीन होए हाँ या टैलीविजन राहीं या होर मीडिया सोर्सिस राहीं, गुरशब्द दे इस पावन समय नूं माणदिआं होइआं सुरतियाब हो रहे हैं, वडभागी हाँ। इस समा गुरबाणी व्याख्या दा इस विच मांझ राग दे गुरु अमरदास साहब द्वारा उचारण किए गए शब्द असीं विचार रहे हैं। अष्टपदे ने जो बचन आपने सरवण किया दी विचार मुसलसल चल रही है। गालबन 4 पदे असीं विचारे ने, 5 नंबर बंद तो विचार अगे तोरांगे। पर हमेशा की तरह एक सरसरी नज़र रहाओ दे पदे ते है, जो कि मेन मैसेज इस पावन पूरे शब्द का। गुरुदेव जिक्र करते, हाँ वारी ज्यों वारी, हाँ मैं मार मिलावणिया। मैं कुर्बान जाना, मैं वार नहीं जाना। गुरु अमरदास साहब कह रहे ने,
ਹਉਮੈ ਮਾਰ ਮਿਲਾਵਣਿਆ, ਜਿਨ੍ਹਾਂ ਨੇ ਹਉ ਨੂੰ ਮੁਕਾਇਆ ਹੈ ਤੇ ਗੁਰੂ ਨਾਲ, ਰੱਬ ਨਾਲ ਆਪਣੇ ਆਪੇ ਨੂੰ ਮਿਲਾਇਆ, ਭਾਵ ਅਸਲ ਰੂਪ ਵਿੱਚ ਆਪਣੇ ਆਪੇ ਦੀ ਸੋਝੀ ਪ੍ਰਾਪਤ ਕੀਤੀ ਹੈ, ਉਹਨਾਂ ਦੀ ਬਾਤ ਹੋ ਰਹੀ। ਉਹਨਾਂ ਨੂੰ ਵਡਿਆਇਆ ਗਿਆ। ਕਿਆ ਗੁਰ ਸੇਵਾ ਤੇ ਹਰ ਮਨ ਵਸਿਆ। ਇਹਦੇ ਵਾਸਤੇ ਪਾਥ ਕੀ ਹੈ, ਰਾਹ ਕੀ ਹੈ? ਗੁਰੂ ਕੀ ਸੇਵਾ। ਜਿਨ੍ਹਾਂ ਨੇ ਗੁਰੂ ਕੀ ਸੇਵਾ ਦਾ ਰਾਹ ਅਖਤਿਆਰ ਕੀਤਾ ਤੇ ਉਹਦੇ ਨਾਲ ਹਰੀ ਨੂੰ ਮਨ ਵਿੱਚ ਵਸਾ ਲਿਆ, ਹਰ ਰੂਪ ਹੋ ਗਏ। ਹਰ ਰਸ ਸਹਿਜ ਪਿਆਵਣਿਆ, ਤੇ ਇਹਦਾ ਇੱਕ ਰਸ ਹੈ, ਇੱਕ ਜੀਵਨ ਦੀ ਇੱਕ ਮਤਲਬ ਕਹਿ ਲਓ ਕਿ ਖੁਸ਼ੀ ਦਾ ਇੱਕ ਆਲਮ ਆ, ਜਿਸ ਨੂੰ ਸਹਿਜ ਇੱਕ ਨੈਚੁਰਲ ਪੇਸ ਦੇ ਵਿੱਚ ਇੱਕ ਕੁਦਰਤੀ ਤੌਰ ਤੇ ਬਣਾਏ ਹੋਏ ਇਸ ਰਾਹ ਨੂੰ ਤਸੱਵੁਰ ਕਰਦਿਆਂ ਹੋਇਆਂ, ਇਸ ਪਾਥ ਨੂੰ ਫੋਲੋ ਕਰਦਿਆਂ ਹੋਇਆਂ ਵੀ ਕੈਨ ਅਟੇਨ ਇਟ, ਵੀ ਕੈਨ ਗੇਨ ਇਟ। ਸੋ ਬਾਬਾ ਜੀ ਉਹਦੀ ਬਾਤ ਕਰਦੇ ਇਹਦੇ ਵਿੱਚ, ਰਹਾਉ ਦਾ ਬੰਦ ਆ। ਅੱਗੇ ਜੋ ਅਸੀਂ 5 ਨੰਬਰ ਪੱਦੇ ਨੂੰ ਅੱਗੇ ਵਿਚਾਰਨਾ ਹੈ, ਕਿਉਂਕਿ ਬੀਤੇ ਕੱਲ ਅਸੀਂ ਬਾਤ ਕਰ ਰਹੇ ਸੀ ਕਿ ਜੋ ਸੱਚ ਰਤੇ ਤਿਨ ਸੱਚੋ ਭਾਵ ਹੈ। ਜਿਹੜੇ ਸੱਚ ਵਿੱਚ ਰਤ ਗਏ ਉਹਨਾਂ ਦੀ ਨਿਸ਼ਾਨੀ ਕੀ ਹੈ? ਉਹਨਾਂ ਨੂੰ ਸੱਚ ਚੰਗਾ ਲੱਗਦਾ। ਅੱਜ ਮਹਾਰਾਜ ਨੇ ਉਹਦੀ ਫਰਦਰ ਐਕਸਪਲੇਨੇਸ਼ਨ ਕੀਤੀ ਹੈਗੀ। ਮਹਾਰਾਜ ਕਹਿੰਦੇ ਕੂੜ ਕੁਸਤ ਤਿਨਾ ਮੈਲ ਨਾ ਲਾਗੈ, ਗੁਰ ਪ੍ਰਸਾਦੀ ਅਨਦਿਨ ਜਾਗੈ। ਕੂੜ ਕੁਸਤ, ਕੂੜ ਇੱਕ ਤਰ੍ਹਾਂ ਦਾ ਹੈ ਤੇ ਭਰਮ ਹੀ ਹੈ, ਭੁਲੇਖਾ ਹੀ ਹੈ। ਜਿਵੇਂ ਸਪੋਜ਼ ਸਰਲ ਕਰਕੇ ਕੀਤਾ ਜਾਏ ਇਸ ਨੂੰ ਬਿਆਨ ਕਿ ਮਿੱਟੀ ਹੈ ਤੇ ਮਿੱਟੀ ਨੂੰ ਮਿੱਟੀ ਨਾ ਜਾਣ ਕੇ ਬੰਦਾ ਕੁਝ ਹੋਰ ਜਾਣ ਲਵੇ। ਇੱਥੇ ਸਮਝੋ ਕਿ ਉਹ ਝੂਠ 'ਚ ਜੀ ਰਿਹਾ ਹੈ। ਜੋ ਰੀਅਲ ਨਹੀਂ ਉਸ ਨੂੰ ਰੀਅਲ ਸਮਝ ਲੈਣਾ, ਅਨਰੀਅਲ ਨੂੰ ਰੀਅਲ, ਭਰਮ ਦੀ ਅਵਸਥਾ ਜਿਹੜੀ ਹੈ। ਜਿਵੇਂ ਸੰਸਾਰ ਆ, ਇਹਨੂੰ ਇਸ ਤਰ੍ਹਾਂ ਜਾਣੋ ਕਿ ਸਾਖੀ ਕੁਝ ਇਸ ਤਰ੍ਹਾਂ ਆਉਂਦੀ ਹੈ। ਗੁਰੂ ਨਾਨਕ ਸਾਹਿਬ ਜਦੋਂ ਇਸ ਪਾਣੀਪਤ ਕਰਨਾਲ ਦੇ ਏਰੀਏ 'ਚੋਂ ਲੰਘ ਰਹੇ ਨੇ, ਤੇ ਇੱਥੇ ਇੱਕ ਸੂਫੀ ਫਕੀਰ ਕਲੰਦਰੀ ਦੇ ਉਸ ਜਗ੍ਹਾ ਦੇ ਉੱਤੇ ਗੁਰੂ ਮਹਾਰਾਜ ਨਾਲ ਇੱਕ ਫਕੀਰ ਦੀ ਮੁਲਾਕਾਤ ਹੁੰਦੀ ਹੈ। ਇਹ ਸੂਫੀ ਫਕੀਰ ਅਕਾਲ ਇਲਾਕੇ 'ਚ ਬੜੀ ਮਾਨਤਾ ਰੱਖਦਾ ਹੈ ਤੇ ਬਾਬਾ ਨਾਨਕ ਜੀ ਨੂੰ ਬੜੀ ਰਿਸਪੈਕਟ ਦਿੰਦਾ ਹੈ। ਬਾਬਾ ਜੀ ਨੂੰ ਮੰਜੀ ਦੇ ਉੱਤੇ ਉਹਨਾਂ ਦਾ ਉਤਾਰਾ ਕਰਦਾ, ਮੰਜੀ ਤੇ ਬਿਠਾਉਂਦਾ ਉਹਨਾਂ ਨੂੰ ਉੱਚੇ ਆਸਣ ਤੇ ਬਾਬਾ ਜੀ ਨੇ ਬਹੁਤ ਸਾਰੇ ਸਵਾਲ ਪੁੱਛਦਾ ਹੈ। ਉਹਨਾਂ ਸਵਾਲਾਂ ਦੇ ਵਿੱਚੋਂ ਕੁਝ 2-4 ਸਵਾਲ ਇਹ ਵੀ ਸੀਗੇ। ਇੱਕ ਸਵਾਲ ਇਹ ਸੀਗਾ ਕਿ ਬਾਬਾ ਜੀ, ਅਕਸਰ ਲੋਕ ਸਾਡੇ ਕੋਲ ਸਵਾਲੀ ਬਣ ਕੇ ਆਉਂਦੇ, ਅਸੀਂ ਉਹਨਾਂ ਦੇ ਜਵਾਬ ਦਿੰਦੇ, ਪਰ ਬਾਬਾ ਜੀ ਇਹ ਤਾਂ ਨਹੀਂ ਹੋ ਸਕਦਾ ਅਸੀਂ ਸਾਰੇ ਦੁਨੀਆ ਦੇ ਸਵਾਲਾਂ ਦੇ ਜਵਾਬ ਦਿੰਦੇ ਹਾਂ, ਸਾਡੇ ਆਪਣੇ ਸਵਾਲ ਨਹੀਂ ਹੋਣਗੇ, ਸਾਡੇ ਵੀ ਤਾਂ ਆਪਣੇ ਸਵਾਲ ਹੋਣਗੇ ਨਾ। ਅਸੀਂ ਤੁਹਾਡੀ ਉਡੀਕ ਕਰ ਰਹੇ ਸੀਗੇ ਕਿ ਜਿਸ ਦਿਨ ਤੁਸੀਂ ਆਓਗੇ ਅਸੀਂ ਤੁਹਾਡੇ ਤੋਂ ਇਹ ਸਵਾਲ ਪੁੱਛਾਂਗੇ। ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਪੀਰ ਜੀ ਕੋਈ ਯਕੋ ਤਕੋ ਨਾ ਕਰੋ, ਵਿਦਾਊਟ ਐਨੀ ਹੈਸੀਟੇਸ਼ਨ ਯੂ ਕੈਨ ਆਸਕ ਮੀ ਵਟ ਐਵਰ ਯੂ ਵਾਂਟ ਟੂ ਆਸਕ, ਲਾਈਕ ਦੈਟ। ਫਿਰ ਪੀਰ ਕਹਿੰਦਾ ਠੀਕ ਹੈ ਜੀ। ਉਹ ਫਿਰ ਸਵਾਲ ਕਰਦਾ। ਪਹਿਲਾ ਸਵਾਲ ਉਹਦਾ ਇਹ ਹੁੰਦਾ ਹੈ ਕਿ ਇਹ ਗੁਰੂ ਨਾਨਕ ਸਾਹਿਬ, ਮੈਨੂੰ ਇਹ ਦੱਸੋ ਇਹ ਸੰਸਾਰ ਸੱਚ ਹੈ ਕਿ ਝੂਠ, ਇਹ ਜਿਹਦੇ 'ਚ ਅਸੀਂ ਜੀ ਰਹੇ ਹਾਂ? ਐਕਸਪਲੇਨ ਇਟ, ਇਜ਼ ਇਟ ਰੀਅਲ ਔਰ ਇਟਸ ਅਨਰੀਅਲ, ਕੈਨ ਯੂ ਟੈਲ ਮੀ? ਇਹ ਸੱਚ ਹੈ ਕਿ ਝੂਠ ਹੈ? ਬਾਬਾ ਜੀ ਜਦੋਂ ਇਸ ਤੋਂ ਪਹਿਲਾਂ ਕਿ ਤੁਸੀਂ ਜਵਾਬ ਦਿਓ, ਮੈਂ ਤੁਹਾਨੂੰ ਅਗਲਾ ਇਸ ਸਵਾਲ ਦੇ ਨਾਲ ਅਗਲੀ ਇਹਦੀ ਜਿਹੜੀ ਹੈਗੀ ਹੈ, ਇਹ ਸਵਾਲ ਆਉਣ ਦੀ ਜੋ ਕਾਰਨ ਹੈ, ਜੋ ਉਹਦਾ ਰੀਜ਼ਨ ਬਣਦਾ, ਮੈਂ ਉਹ ਵੀ ਤੁਹਾਨੂੰ ਦੇ ਦਿੰਦਾ। ਉਹ ਇਸ ਕਰਕੇ ਹੈ ਕਿਉਂਕਿ ਜੇ ਸੱਚ ਹੈ ਸੰਸਾਰ ਤੇ ਮਰਦਾ ਕਿਉਂ ਹੈ, ਇਹ ਦੱਸੋ ਮੈਨੂੰ। ਤੇ ਜੇ ਝੂਠ ਹੈ ਤੇ ਫਿਰ ਮਿੱਠਾ ਕਿਉਂ ਲੱਗਦਾ, ਇਹ ਵੀ ਦੱਸੋ ਮੈਨੂੰ। ਬਾਬਾ ਜੀ ਬੜੇ ਠਰਮੇ ਨਾਲ ਪੀਰ ਦਾ ਸਵਾਲ ਸੁਣਦੇ ਤੇ ਸੁਣ ਕੇ ਬਾਬਾ ਜੀ ਕਹਿੰਦੇ, ਪੀਰ ਜੀ ਠੀਕ ਹੈ, ਜਵਾਬ ਚਾਹੋਗੇ? ਕਹਿੰਦੇ ਜ਼ਰੂਰ। ਬਾਬਾ ਜੀ ਕਹਿੰਦੇ, ਪੀਰ ਜੀ ਗੱਲ ਇਹ ਹੈ, ਸੰਸਾਰ ਆਪਣੀ ਜ਼ਾਤ ਕਰਕੇ ਸੱਚਾ ਹੈ, ਬਿਲਕੁਲ ਸੱਚਾ। ਅਸੀਂ ਬਚਨ ਪੜ੍ਹਦੇ, ਇਹ ਜਗ ਸੱਚੇ ਕੀ ਹੈ, ਕੋਠੜੀ ਸੱਚੇ ਕਾ ਵਿਚਵਾਸ। ਆਪਣੀ ਜ਼ਾਤ ਕਰਕੇ ਸੰਸਾਰ ਬਿਲਕੁਲ ਸੱਚਾ ਹੈ। ਪੀਰ ਕਹਿੰਦਾ, ਬਾਬਾ ਜੀ ਬੁਝਾਰਤ ਨਾ ਬੁਝਾਓ, ਸਹੀ ਦੱਸੋ, ਮੈਂ ਕਿਹਾ ਸੱਚਾ ਹੈ ਕਿ ਝੂਠਾ? ਤੁਸੀਂ ਕਿ ਆਪਣੀ ਜ਼ਾਤ ਕਰਕੇ ਸੱਚਾ ਹੈ? ਬਾਬਾ ਜੀ ਕਹਿੰਦੇ ਹਾਂ, ਜ਼ਾਤ ਕਰਕੇ ਸੱਚਾ ਇਸ ਕਰਕੇ ਹੈ ਕਿਉਂਕਿ ਜੇ ਤੁਸੀਂ ਦੀ ਜ਼ਾਤ ਨੂੰ, ਇਹਨੂੰ ਸਹੀ ਤਰੀਕੇ ਨਾਲ ਨਹੀਂ ਜਾਤੋਗੇ, ਸਹੀ ਤਰੀਕੇ ਨਾਲ ਇਹਨੂੰ ਨਹੀਂ ਸਮਝੋਗੇ,
ਫਿਰ ਤੁਸੀਂ ਭਰਮ ਵਿੱਚ ਜੀਓਗੇ। ਇਹੀ ਭਰਮ ਤੁਹਾਨੂੰ ਇਸ ਸੰਸਾਰ ਦੇ ਵਿੱਚ ਜਿਹੜਾ ਹੈਗਾ ਕੂੜ ਵਿੱਚ ਲੈ ਜਾਏਗਾ। ਜ਼ਾਤ ਕਰਕੇ ਕਿਵੇਂ ਸੱਚਾ? ਜ਼ਾਤ ਕਰਕੇ ਸੱਚਾ ਇਸ ਕਰਕੇ ਹੈ ਕਿਉਂਕਿ ਜਿਸ ਦਿਨ ਕੋਈ ਚੀਜ਼ ਪੈਦਾ ਹੁੰਦੀ ਹੈ ਨਾਲ ਹੀ ਇਹ ਤੈਅ ਹੁੰਦਾ ਮਰੇਗੀ। ਅਸੀਂ ਪੈਦਾ ਹੁੰਦਾ ਤੇ ਵੇਖਦੇ ਹਾਂ ਉਹਦੇ, ਅਸੀਂ ਉਹਦਾ ਮਰਨ ਵਾਲਾ ਪੱਖ ਉਹ ਭੁਲਾ ਦਿੰਦੇ ਹਾਂ। ਇਸ ਕਰਕੇ ਸਾਨੂੰ ਦੁੱਖ ਆਉਂਦਾ ਆ, ਇਸ ਕਰਕੇ ਸੰਸਾਰ ਸਾਨੂੰ ਮਰਦਾ ਲੱਗਦਾ ਆ। ਅਸਲ 'ਚ ਇਹਦਾ ਜਨਮ ਹੀ ਇਸ ਕਰਕੇ ਹੋਏ ਮਰਨਾ ਹੈ। ਜੋ ਉਪਜਿਓ ਸੋ ਬਿਨਸ ਹੈ ਪਰਹੁ ਆਜ ਕੇ ਕਾਲ, ਜਨਮੰਗ ਤਾਂ ਮਰਨੰ ਮਰਨ ਲਿਖਾਏ ਮੰਡਲ ਮੈਂ ਆਏ। ਜਦੋਂ ਹੈ ਹੀ ਇਹ ਰਿਐਲਿਟੀ ਤੇ ਫਿਰ ਕਿਉਂ ਨਹੀਂ ਇਹਨੂੰ ਐਕਸੈਪਟ ਕਰਦਾ ਬੰਦਾ? ਇੱਥੇ ਜਾ ਕੇ ਫਿਰ ਇਹ ਕੂੜ ਹੋ ਜਾਂਦਾ ਆ। ਐਕਚੁਅਲੀ ਗੁਰੂ ਸਾਹਿਬ ਨੇ ਬੜਾ ਕਲੀਅਰ ਵੀ ਕੀਤਾ ਬਾਣੀ ਦੇ ਵਿੱਚ। ਸਭ ਕਹਿੰਦੇ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ, ਕਿਉਂ ਕੂੜ ਕੂੜੈ ਨਿਹ ਲਗਾ ਵਿਸਰਿਆ ਕਰਤਾਰ। ਇਹਨੂੰ ਕਰਤਾਰ ਤੇ ਕਰਤਾਰੀ ਹੁਕਮ ਵਿਸਰ ਗਿਆ। ਇਹ ਹੈ ਕੋਈ ਚੀਜ਼ ਬਣਦੀ ਹੈ ਉਹ ਸਿਰਫ ਰਹਿਣ ਲਈ ਨਹੀਂ ਬਣਦੀ, ਉਹ ਢਹਿਣ ਲਈ ਵੀ ਬਣਦੀ ਹੈ। ਕੋਈ ਚੀਜ਼ ਉਸਰਦੀ ਹੈ, ਹੋਂਦ ਰੱਖਦੀ ਹੈ, ਪਰ ਹੋਂਦ ਹੀ ਨਹੀਂ, ਉਹਦੀ ਇੱਕ ਦਿਨ ਅਨਹੋਂਦ ਵੀ ਹੋ ਜਾਏਗੀ, ਮੁੱਕ ਜਾਏਗੀ। ਉਹ ਹਰ ਚੀਜ਼ 'ਚ ਇਸ ਰੂਪ ਵਿੱਚ ਹੈ। ਜਦੋਂ ਬੰਦਾ ਇਹਨੂੰ ਕਾਣ ਸਕਵੀਜ਼ ਕਰਕੇ ਐਕਸਾਈਟਡ ਹੋ ਕੇ ਵਨ ਸਾਈਡਡ ਹੋ ਕੇ ਦੇਖਦਾ, ਸਿਰਫ ਜਨਮਣਾ ਹੀ ਦੇਖਦਾ। ਜਿਹਨੂੰ ਬਾਬਾ ਜੀ ਨੇ ਕਿਹਾ ਜਨਮੈ ਕੋ ਵਾਜੈ ਵਾਜਾਏ ਸੋ ਹਿਲੜੇ ਅਗਿਆਨੀ ਗਾਏ। ਕੈਸਾ ਅਗਿਆਨੀ ਹੈ? ਮਤਲਬ ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ। ਵੀ ਹਾਹਾਕਾਰ ਜਿੱਥੇ ਬਹੁਤ ਜ਼ਿਆਦਾ ਉਲਾਰ ਹੋ ਜਾਂਦਾ, ਬੰਦਾ ਉਲਰ ਜਾਂਦਾ। ਮਤਲਬ ਕੋਈ ਚੀਜ਼ ਮਿਲ ਗਈ, ਪ੍ਰਾਪਤ ਹੋ ਗਈ, ਬਸ ਇੱਕਦਮ ਪੈਰ ਛੱਡ ਦਿੱਤੇ, ਥਿਰਕਣ ਲੱਗ ਗਏ ਪੈਰ, ਨੱਚਣਾ ਸ਼ੁਰੂ ਕਰਤਾ। ਆਲ ਦੀਜ਼ ਥਿੰਗਸ, ਇਹਦਾ ਮਤਲਬ ਉਹ ਸਹੀ ਰੂਪ ਨਹੀਂ ਸਮਝ ਰਿਹਾ। ਉਹਨੂੰ ਇਹ ਨਹੀਂ ਪਤਾ ਜੋ ਦਿਨੇ ਆਵੇਂ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ। ਜਿਹੜਾ ਚੜਿਆ ਹੋਇਆ ਦਿਨ ਡੁੱਬੇਗਾ ਵੀ ਇੱਕ ਦਿਨ। ਕਿਉਂ ਇਸ ਰੂਪ ਵਿੱਚ ਤੂੰ ਹੈਗਾ ਆ? ਇਹ ਚੀਜ਼ ਜਿਹੜੀ ਹੈ ਜਦੋਂ ਬੰਦਾ ਇਹਨੂੰ ਪੂਰੀ ਤਰ੍ਹਾਂ ਨਹੀਂ ਦੇਖਦਾ, ਬਾਬਾ ਜੀ ਕਹਿੰਦੇ ਫਿਰ ਉਹ ਕੂੜੇ ਚਲਾ ਜਾਂਦਾ ਆ। ਸੰਸਾਰ ਆਪਣੀ ਜ਼ਾਤ ਕਰਕੇ ਸੱਚਾ, ਤੇ ਜ਼ਾਤ ਇਹ ਹੈ ਉਪਜਣ ਦੇ ਨਾਲ ਬਿਨਸਣਾ ਤੈਅ ਹੈ। ਤੇ ਜੇ ਇਹ ਬਿਨਸਣਾ ਤੈਅ ਹੈ ਤੇ ਫਿਰ ਮਰਨ ਦੀ ਪਰਿਭਾਸ਼ਾ ਬਦਲ ਜਾਏਗੀ। ਫਿਰ ਪਰਿਭਾਸ਼ਾ ਹੋਏਗੀ ਕਿ ਇਸ ਚੀਜ਼ ਦਾ ਨਾਂ ਤਬਦੀਲੀ ਹੈ, ਇਸ ਚੀਜ਼ ਦਾ ਨਾਂ ਬਦਲਾਅ ਹੈ। ਇਹ ਸੰਸਾਰ ਜਦੋਂ ਹੈ ਸੱਚ ਤੇ ਫਿਰ ਸੱਚ ਦੇ ਨਾਲ ਮਿਠਾਸ ਦਾ ਭਾਵ ਨਹੀਂ ਹੁੰਦਾ, ਇੱਕ ਅਸਲੀਅਤ ਦੇ ਅਹਿਸਾਸ ਦਾ ਭਾਵ ਹੁੰਦਾ ਆ। ਮਤਲਬ ਇੰਝ ਜਾਣੋ ਕਿ ਜਿਵੇਂ ਮੋਹ ਮਾਇਆ ਦਾ ਅਸੀਂ ਸਾਰਾ ਲਾਭ ਲਬੇੜ ਦੇਖਦੇ ਹਾਂ, ਉਹਦੇ ਵਿੱਚ ਬੰਦੇ ਦੀਆਂ ਆਪਣੀਆਂ ਰਾਵਾਂ ਬਣ ਜਾਣ। ਜਿਹਨੂੰ ਬਕੌਲ ਮਸਕੀਨ ਜੀ ਜੇ ਬਾਤ ਕਹਾਂ ਤੇ ਉਹ ਕਿਆ ਕਰਦੇ ਹੁੰਦੇ ਸੀਗੇ, ਬੰਦੇ ਦੇ ਜੀਵਨ ਦੀ ਜਿਹੜੀ ਕਮੀ ਹੈ ਉਹੀ ਗਮੀ ਹੈ। ਜੋ ਕਮ ਲੱਗਦਾ ਉਹ ਗਮ ਕਰਦਾ, ਕਮੀ ਹੀ ਗਮੀ ਹੈ। ਤੇ ਕਮੀ ਕੀ ਹੈ? ਕਮੀ ਇਹ ਹੈ ਕਿ ਜੋ ਮੇਰੀ ਮਰਜ਼ੀ ਹੈ ਉਹ ਨਹੀਂ ਹੋ ਰਹੀ। ਇਹੀ ਕਮੀ ਹੈ ਮੇਰੇ 'ਚ, ਇਹੀ ਕਮੀ ਮੈਨੂੰ ਲੱਗਦੀ ਹੈ ਵੀ ਮੇਰੀ ਮਰਜ਼ੀ ਆ ਸੀ ਤੇ ਮਰਜ਼ੀ ਹੋਈ ਨਹੀਂ, ਇਹ ਮੈਨੂੰ ਘਾਟਾ ਪੈ ਗਿਆ। ਉਹ ਕਹਿੰਦੇ ਕਈ ਵਾਰ ਇਹ ਵੀ ਹੁੰਦਾ, ਕਈ ਲੋਕ ਕਹਿੰਦੇ ਨਹੀਂ ਨਹੀਂ ਮੇਰੀ ਮਰਜ਼ੀ ਤੇ ਬੜੀ ਭੁਗਦੀ ਆ, ਹਾਂ ਮੈਂ ਤਾਂ ਬੜਾ ਖੁਸ਼ ਹਾਂ ਕਿਉਂਕਿ ਜੋ ਮੈਂ ਚਾਹਿਆ ਉਹ ਹੋ ਗਿਆ। ਉਹ ਕਹਿੰਦੇ ਫਰਕ ਸਿਰਫ ਇਤਨਾ ਹੀ ਹੈ ਕਿ ਜੋ ਤੇਰੀ ਮਰਜ਼ੀ ਸੀ ਉਹ ਅਕਾਲ ਪੁਰਖ ਵਾਹਿਗੁਰੂ ਦੀ ਵੀ ਮਰਜ਼ੀ ਸੀ। ਕੋਇਨਸੀਡੈਂਟਲੀ ਇਹ ਜ਼ਰੂਰੀ ਨਹੀਂ ਵੀ ਤੇਰੀ ਮਰਜ਼ੀ ਸੀ ਤੇ ਉਹਦੀ ਮਰਜ਼ੀ ਸੀ, ਨਾ ਨਾ, ਉਹਦਾ ਤੇ ਆਪਣਾ ਮਰਜ਼ੀ ਦਾ ਆਪਣਾ ਦਾਇਰਾ ਆ। ਤੇਰੇ ਤੇ ਚੇਤੇ 'ਚ ਵੀ ਨਹੀਂ ਹੋਣਾ ਕਿ ਉਹਦੀ ਮਰਜ਼ੀ ਕੀ ਹੈ, ਪਰ ਬਾਏ ਚਾਂਸ ਕਿਤੇ ਕੋਇਨਸੀਡੈਂਟਲੀ ਰਲ ਗਈ। ਜੋ ਤੇਰੀ ਮਰਜ਼ੀ ਸੀ ਉਹਦੀ ਵੀ ਮਰਜ਼ੀ ਸੀ, ਕੰਮ ਹੋ ਗਿਆ ਤੂੰ ਖੁਸ਼ ਹੋ ਗਿਆ। ਜੋ ਤੇਰੀ ਮਰਜ਼ੀ ਸੀ ਉਹਦੀ ਮਰਜ਼ੀ ਨਹੀਂ, ਕੰਮ ਨਹੀਂ ਹੋਇਆ ਤੂੰ ਦੁਖੀ ਹੋ ਗਿਆ। ਬਾਕੀ ਗੱਲ ਕੁਝ ਵੀ ਨਹੀਂ ਹੈ, ਗੱਲ ਹੈ ਮਰਜ਼ੀ ਉਹਦੀ ਹੈ। ਤੇ ਇਹ ਚੀਜ਼ ਸਰਵਸਵ ਬਿਲਕੁਲ ਜਿੰਨਾ ਮਰਜ਼ੀ ਕੋਈ ਇੰਟਲੈਕਟ ਆ, ਪਾਵਰਫੁਲ ਆ, ਤਾਕਤਵਰ ਆ, ਜੈਸੀ ਮਰਜ਼ੀ ਅਵਸਥਾ 'ਚ ਬੰਦਾ ਜੀ ਰਿਹਾ ਹੈ, ਮਹਾਰਾਜ ਕਹਿੰਦੇ ਚੇਤੇ ਰੱਖੀ। ਅਸੀਂ ਉਹ ਇੱਕ ਦਿਨ ਬਚਨ ਵਿਚਾਰਿਆ ਬੜੀ ਡਿਟੇਲ ਦੇ 'ਚ, ਮੈਨੂੰ ਯਾਦ ਆ ਕਿ ਦਰਿਆਵੇ ਕੰਨੇ ਬਗੁਲਾ ਬੈਠਾ ਕੇਲ ਕਰੇ, ਕੇਲ ਕਰੇਂਦੇ ਹੰਝ ਨੂੰ ਅਚਿੰਤੇ ਬਾਜ ਪਏ ਤਿਸ ਰੱਬ ਕੇ, ਕੇਲਾਂ ਵਿਸਰੀਆਂ ਜੋ ਮਨ ਚਿੱਤ ਨਾ ਚੇਤੇ ਸੰਸਾ, ਗੱਲ ਨਹੀਂ ਰੱਬ ਕੀਆਂ। ਰੱਬ ਦੀਆਂ ਗੱਲਾਂ ਸਾਡੇ ਚਿੱਤ ਚੇਤੇ 'ਚ ਵੀ ਨਹੀਂ ਹੈਗੀਆਂ। Uncertainty is the law of nature. When we try to make everything certain, everything actually stable, and we were thinking about the sustainability, that's not possible. That is not the Mother Nature's law. Mother Nature ਦਾ law ਹੀ ਇਹ ਹੈਗਾ, ਹਮ ਆਦਮੀ ਹਾਂ ਇੱਕਦਮੀ, ਸਾਡਾ ਨਹੀਂ ਭਰੋਸਾ, ਕਿਸੇ ਹੋਰ ਚੀਜ਼ ਤੇ ਕੀ ਭਰੋਸਾ ਕਰਾਂਗੇ। ਸੋ ਇਹ ਅਹਿਸਾਸ ਕੀਤਾ ਜਾਏ ਕਿ ਬੰਦੇ ਜਦੋਂ ਤੂੰ ਇਸ ਚੀਜ਼ ਨੂੰ ਅੱਖਾਂ ਤੋਂ ਵਸਾਰ ਦੇਣਾ, ਤੂੰ ਕੂੜ 'ਚ ਚਲਾ ਜਾਣਾ ਹੈ।
ਬਾਬਾ ਜੀ ਕਹਿੰਦੇ ਕੂੜ 'ਚ ਨਾ ਜੀ, ਰਿਐਲਿਟੀ 'ਚ ਜੀ, ਸੱਚ 'ਚ ਜੀ। ਤੇ ਸੱਚ ਇਹ ਹੈ, ਜੈਸੇ ਜਲਤੇ ਬੁੱਧ ਬੁਦਾ ਉਪਜੈ ਬਿਨ ਸੈਨੀਤ, ਆ ਸੱਚ ਹੈ। ਇਹ ਸਿਮਰਨ ਹੈ, ਇਹ ਰਿਐਲਿਟੀ ਹੈ ਜਿਹਨੂੰ ਗੁਰੂ ਸਾਹਿਬ ਨੇ ਜਦੋਂ ਖਾਸ ਕਰਕੇ ਸਿਆਲਕੋਟ ਦੇ ਵਿੱਚ ਉਸ ਸ਼ਹਿਰ ਨੂੰ ਮਤਲਬ ਬਿਲਕੁਲ ਬਰਬਾਦ ਕਰਨ ਲਈ ਚਲੀਹਾ ਕੱਟ ਰਿਹਾ ਹੈ, ਤੇ ਬਾਬਾ ਜੀ ਉਸ ਪੀਰ ਹਮਜ਼ਾ ਨੂੰ ਇਹ ਕਹਿੰਦੇ ਕਿ ਭਾਈ ਗੱਲ ਇਹ ਹੈ, ਇਹ ਸ਼ਹਿਰ ਦੇ ਵਿੱਚ ਤੇ ਬੜੇ ਚੰਗੇਰੇ ਲੋਕ ਨੇ, ਤੇ ਇਹ ਕੌਣ, ਤੈਨੂੰ ਕਿਹਨੇ ਕਿਹਾ, ਤੈਨੂੰ ਕਿਹਨੇ ਹੱਕ ਦਿੱਤਾ ਸਾਰੇ ਕਾਸੇ ਦਾ ਵੀ ਤੂੰ ਸ਼ਹਿਰ ਨੂੰ ਬਰਬਾਦ ਕਰਨੇ ਆ, ਕਿਸੇ ਨੂੰ ਮਾਰ ਦਿਓ ਸਰੂਪ ਦੇ 'ਚ। ਤੇ ਉਹ ਕਹਿੰਦਾ ਨਹੀਂ ਜੀ ਨਹੀਂ, ਤੁਸੀਂ ਮੈਨੂੰ ਰੈਸ਼ਨਲਾਈਜ਼ ਪ੍ਰੂਵ ਕਰਕੇ ਦਿਓ। ਤੇ ਉਹ ਬਾਬਾ ਜੀ ਨੇ ਲਿਖ ਕੇ ਭੇਜਿਆ ਨਾ ਕਿ ਸੱਚ ਚਾਹੀਦਾ ਹੈਗਾ, ਤੇ ਨਾਲ ਜਿਹੜਾ ਆ ਉਹਦੀ ਕੀਮਤ ਭੇਜੀ। ਤੇ ਉਹ ਜੋਹਰੀ ਸੀਗਾ, ਤੇ ਉਹਨੇ ਕੀਮਤ ਵੀ ਲੈ ਲਈ, ਤੇ ਜਿੱਥੇ ਲਿਖਿਆ ਸੀ ਨਾ ਸੱਚ ਚਾਹੀਦਾ ਹੈ, ਫਾਰਸੀ ਦੇ 2 ਅੱਖਰ ਲਿਖੇ ਸੀਗੇ, ਉਹਦੇ ਪੁਛਲੇ ਪਾਸੇ ਉਹਨੇ ਲਿਖ ਦਿੱਤਾ ਕਿ ਸੱਚ ਹੀ ਨਹੀਂ ਇਕੱਲਾ, ਮੈਂ ਝੂਠ ਵੀ ਨਾਲ ਦੇ ਦਿੰਦਾ ਵਾਂ। ਉਹ ਕਹਿੰਦਾ ਜਿਉਣਾ ਝੂਠ ਤੇ ਮਰਨਾ ਸੱਚ। ਮੈਂ ਐਸਾ ਸੌਦਾਗਰ ਹਾਂ, ਤੂੰ ਇੱਕ ਸਮਾਨ ਲੈਣ ਆਇਆ ਸੀਗਾ, ਬਾਏ 1 get 1 free, you know that way, ਕਿਉਂਕਿ ਸ਼ਾਪਕੀਪਰ ਹੈ ਨਾ ਉਹ। ਕਹਿੰਦਾ ਫਿਰ ਦੁਕਾਨਦਾਰ, ਮੈਂ ਸੌਦਾਗਰ ਕਾਹਦਾ ਹੋਇਆ ਫਿਰ? ਉਹ ਕਹਿੰਦਾ ਲੈ ਫੜ, ਇੱਕ ਲੈਣ ਆਇਆ ਸੀ 2 ਲੈ ਕੇ ਚੱਲਾ। 2 ਦੀ ਪਰਿਭਾਸ਼ਾ ਲਿਖਤੀ। ਇਸ ਧਰਤੀ ਦੇ ਉੱਤੇ ਜਦੋਂ ਬੰਦਾ ਇਹ ਅਹਿਸਾਸ ਕਰੇਗਾ ਕਿ ਅਲਟੀਮੇਟਲੀ ਪਰਛਾਵੇਂ ਤੋਂ ਵੱਧ ਕੁਝ ਨਹੀਂਗਾ। ਮਹਾਰਾਜ ਕਹਿੰਦੇ ਇਸ ਤਰ੍ਹਾਂ ਜਾਣ ਕਿ ਇਹ ਜਿਹੜੀ ਬਾਰੂ ਭੀਂਤ ਬਨਾਈ ਰਚਪਚ ਰਹਿਤ ਨਹੀਂ ਦਿਨ 4, ਤੈਸੇ ਹੀ ਇਹ ਸੁਖ ਮਾਇਆ ਕੇ ਉਰਜੋ ਕਹਾਂ ਗਵਾਰ। ਮੂਰਖ ਨਾ ਬਣ, ਬਹੁਤ ਜ਼ਿਆਦਾ ਇਹਦੇ 'ਚ ਨਾ ਉਲਝ, ਜੇ ਉਲਝੇਗਾ ਫਿਰ ਤੰਗ ਹੋਏਗਾ। ਇਸ ਕਰਕੇ ਇਹਨੂੰ ਪਹਿਲੇ ਮੰਨ ਕੇ ਚੱਲ। ਇਹ ਤ੍ਰਿਣਕੀ ਅਗਨ ਮੇਘ ਕੀ ਛਾਇਆ, ਇਹ ਤ੍ਰਿਣਕਿਆਂ ਦੀ ਅਗਨੀ ਹੈ, ਇਹ ਮੇਘ ਦੀ ਛਾਇਆ ਹੈ। ਗੋਬਿੰਦ ਭਜਨ ਬਿਨ ਹੜ ਕਾ ਜਲ, ਇਹ ਹੜ ਦਾ ਪਾਣੀ ਹੈ। ਸੋ ਇਹਨੂੰ ਇਸ ਰੂਪ ਵਿੱਚ ਪਰਸੀਵ ਕਰ ਤੇ ਪ੍ਰੋਸੈਸ ਕਰ। ਜੇ ਇੱਥੇ ਕਰੇਗਾ ਫਿਰ ਸੱਚ ਦੇ ਨੇੜੇ ਆ ਜਾਏਗਾ। ਜਿਹੜਾ ਸੱਚ ਨੂੰ ਜਪ ਰਿਹਾ ਹੈ ਉਹਦੀ ਨਜ਼ਰ ਇੱਥੇ ਹੈ, ਉਹ ਕੂੜ ਕੁਸੱਤ ਤਿਨਾ ਮੈਲ ਨਾ ਲਾਗੈ। ਮੈਲ ਵੀ ਉੱਥੋਂ ਹੀ ਆਉਂਦੀ ਹੈ। ਜੇ ਸੰਸਾਰ ਹੈ ਥੋੜ੍ਹ ਚਿਰਾ, ਤੇ ਥੋੜ੍ਹ ਚਿਰੀ ਸੰਸਾਰ ਦੇ 'ਚ ਰਹਿੰਦਿਆਂ ਹੋਇਆਂ ਮੇਰਾ ਜ਼ਮੀਰ ਕੁਛ ਕਹੇ, ਮੇਰਾ ਮੂੰਹ ਕੁਛ ਕਹੇ, ਦੈਟ ਮੀਨ ਆਈ ਐਮ ਨੋਟ ਲਿਵਿੰਗ ਇਨ real state of mind. I'm not honest. I'm not living in integrity. That is my fault. That is my actually error. ਇੱਥੇ ਹੀ ਬੰਦਾ ਫਿਰ ਮਰਦਾ ਆ। ਇੱਥੇ ਇਨਸਾਨ ਦੇ 'ਚ ਇਨਸਾਨੀਅਤ ਮਰਦੀ ਹੈ। ਜਿਹਨੂੰ ਪਤਾ ਆ ਕਿ ਅਲਟੀਮੇਟਲੀ ਜਦੋਂ ਹੈਗੇ ਹੀ ਥੋੜ੍ਹ ਚਿਰੇ ਆ, ਤੇ ਝੂਠ ਕਾਹਦੇ ਲਈ ਬੋਲਣਾ ਹੈ? ਸੱਚ ਬੋਲਦੇ ਆ। ਜਦੋਂ ਹੈਗੇ ਹੀ ਥੋੜ੍ਹ ਚਿਰੇ ਆ, ਫਿਰ ਕਾਹਦੇ ਲਈ ਕੂੜ ਦੇ ਵਿੱਚ ਰਹਿਣਾ? ਸੱਚ 'ਚ ਰਹਿੰਦੇ ਆ ਤੇ ਦੁਨੀਆ ਵਿਗੜੇਗੀ ਨਹੀਂ, ਇਹਦੇ ਨਾਲ ਸਵਰੇਗੀ। ਇਸ ਨੂੰ ਗੁਰੂ ਬਾਬਾ ਜੀ ਨੇ ਕਿਹਾ ਕਿ ਤਿੰਨਾ ਮੈਲ ਨਾ ਲੱਗੇ, ਉਹਨੂੰ ਮੈਲ ਨਹੀਂ ਲੱਗਦੀ। ਉਹਦੇ 'ਚ ਫਿਰ ਮੈਲ ਦੀ ਭਾਵ ਹਟ ਜਾਂਦਾ। ਉਹਨੂੰ ਲੱਗਦਾ ਕਿ ਨਹੀਂ ਮੈਲ ਕਾਹਦੇ ਲਈ, ਸੱਚ ਬੋਲਾਂਗਾ, ਸ਼ੀਸ਼ੇ 'ਚ ਆਪਣੇ ਆਪ ਨੂੰ ਵੇਖਾਂਗਾ, ਕਿਸੇ ਨੂੰ ਸ਼ੀਸ਼ਾ ਵਿਖਾਵਾਂਗਾ। ਅਗਲਾ ਬਚਨ ਲਿਖਿਆ, ਗੁਰ ਪ੍ਰਸਾਦੀ ਅਨਦਿਨ ਜਾਗੈ। ਗੁਰ ਪ੍ਰਸਾਦੀ ਅਨਦਿਨ ਜਾਗੈ, ਅਨਦਿਨ ਜਾਗਣਾ, ਹਰ ਵਕਤ ਜਾਗਰਤ ਅਵਸਥਾ 'ਚ ਰਹਿਣਾ। ਸੁਤੇ ਸਿੱਧ, ਬਹੁਤ ਸਾਰੇ ਕਰਮ ਐਸੇ ਨੇ ਜਿਹੜੇ ਸੁੱਤੇ ਹੋਏ ਕਰ ਰਿਹਾ ਬੰਦਾ, ਬਹੁਤਾਇਤ ਸੰਸਾਰ ਦੇ ਵਿੱਚ। ਤੇ ਜਦੋਂ ਕਰੀ ਜਾਂਦਾ ਫਿਰ ਇੱਕ ਰੈਪੀਟੀਸ਼ਨ ਹੋ ਜਾਂਦੀ। ਤੇ ਰੈਪੀਟੀਸ਼ਨ ਜਿਹਨੂੰ ਆਪਾਂ ਉਸ ਦਿਨ 12 ਮਾਹ ਦੀ ਰਚਨਾ 'ਚ ਅੱਗੇ ਜਾ ਕੇ ਜਮਾਜ ਰਾਗ 'ਚ ਬਚਨ, ਸ਼ਾਇਦ ਉਹ ਵੀ ਸਾਨੂੰ ਜਲਦੀ ਮਿਲ ਜਾਣੇ ਨੇ। ਕਿਰਤ ਕਰਮ ਕੇ ਵਿਛੁੜੇ ਕਰ ਕਿਰਪਾ ਮੇਲੋ ਰਾਮ। ਕੋਈ ਵੀ ਕਰਮ ਇੱਕ ਵਾਰ ਕਰੋਗੇ ਔਖਾ ਹੋਏਗਾ। ਕਿਸੇ ਨੇ ਸਾਈਕਲ ਪਹਿਲੀ ਵਾਰੀ ਚਲਾਇਆ ਹੋਏਗਾ, ਬੜਾ ਹਾਰਡ। ਗੱਡੀ ਪਹਿਲੀ ਵਾਰੀ ਚਲਾਈ, ਬੜੀ ਹਾਰਡ ਆ। ਤੇ ਅੱਜ ਹਾਲਤ ਇਹ ਹੈ ਕਿ ਬੰਦੇ ਲਈ ਗੱਡੀ ਚਲਾਉਣੀ ਕੰਮ ਨਹੀਂ ਗਾ। ਗੱਡੀ ਚਲਾਉਣੀ ਇਜ਼ ਨੋਟ ਅ ਬਿਗ ਡੀਲ। ਗੱਡੀ 'ਚ ਫੋਨ ਕਰਨਾ ਕੰਮ ਬਣ ਗਿਆ। ਬੰਦੇ ਨੂੰ ਲੱਗਦਾ ਵਾਈਲ ਆਈ ਐਮ ਡਰਾਈਵਿੰਗ ਆਈ ਵਿਲ ਐਕਚੁਅਲੀ ਟਾਕ ਔਨ ਮਾਈ ਫੋਨ। ਕਿਉਂ? ਕਿਉਂਕਿ ਉਹ ਤੇ ਗੱਲ ਹੀ ਕੁਛ ਨਹੀਂ ਹੈ। ਇਹ ਕੀ, ਇਹ ਤਾਂ ਬੜਾ ਔਖਾ ਕੰਮ ਹੈ। ਕਸਬ ਬਣ ਗਿਆ, ਸੁਭਾਅ ਬਣ ਗਿਆ। ਸੁਤੇ ਸਿੱਧ, ਇਹਦੇ 'ਚ ਆਪਾਂ ਸ਼ਾਇਦ ਇਸੇ ਹਾਜ਼ਰੀ 'ਚ ਆਪਾਂ ਇੱਕ ਦਿਨ ਬਾਤ ਕੀਤੀ ਸੀ। ਪੂਰੀ ਇੱਕ ਸਾਈਕੋਲੋਜੀ ਦਾ, ਪੂਰਾ ਹਿਊਮਨ ਸਾਈਕੀ ਦਾ ਇੱਕ ਪੂਰਾ ਚੈਪਟਰ ਹੈ। ਉਹ ਕਹਿੰਦੇ ਜਿਹੜੀ ਬੰਦੇ ਦੀ ਹਾਲਤ ਆ, ਬੰਦੇ ਦੀ ਹਾਲਤ ਇਹ ਹੈ ਕਿ ਅਨਕੌਂਸ਼ੀਅਸ ਇਨਕੰਪੈਟੀਬਲ ਇਹ ਬੰਦਾ ਆ। ਹੈ ਵੀ ਇਨਕੰਪੈਟੀਬਲ, ਪਤਾ ਵੀ ਨਹੀਂ ਮੈਨੂੰ ਜੋ ਕਰਨਾ ਚਾਹੀਦਾ ਮਤਲਬ ਉਹ ਮੈਂ ਨਹੀਂ ਕਰ ਪਾ ਰਿਹਾ। ਤੇ ਅਨਕੌਂਸ਼ੀਅਸ, ਉਹਦੇ ਬਾਰੇ ਅਵੇਅਰ ਵੀ ਨਹੀਂ ਹੈਗਾ। ਜਿਹੜੀ ਇਸ ਤੋਂ ਮਤਲਬ ਥੋੜੀ ਜਿਹੀ ਦਰਦਨਾਕ ਜਾਂ ਪੀੜਾ ਵਾਲੀ ਹਾਲਤ ਹੁੰਦੀ ਨਾ, ਜਿਹਨੂੰ ਸਾਹਿਬ ਨੇ ਕਿਹਾ ਰਾਮ ਬਿਜੋਗੀ ਨਾ ਜੀਏ ਤਾਂ ਬੌਰਾ ਹੋਏ। ਜਿੱਥੇ ਬੰਦਾ ਪਾਗਲਪਨ 'ਚ ਆ ਜਾਂਦਾ, ਬੰਦਾ ਕਹਿੰਦਾ ਵੀ ਉਹ ਐਵੇਂ ਨਹੀਂ ਸੀ ਹੋਣਾ ਚਾਹੀਦਾ। ਬੰਦੇ ਨੂੰ ਤੜਪਾਉਣ ਲੱਗ ਜਾਂਦੀ ਚੀਜ਼ ਉਸ ਰੂਪ ਦੇ ਵਿੱਚ। ਜਿਹਨੂੰ ਬਾਬਾ ਕਬੀਰ ਜੀ ਕਹਿੰਦੇ ਵੀ ਜਿਹਨੂੰ ਕਿਛ ਜਾਣਿਆ ਨਹੀਂ ਸੇ ਸੁਖ ਰੈਨ ਬਿਹਾਏ।
ਜਿਹਨੇ ਕੁਝ ਜਾਣਿਆ ਨਹੀਂ ਉਹ ਤੇ ਬਹੁਤ ਸੌਖੀ ਨੀਂਦ, ਵਧੀਆ ਨੀਂਦ ਸੌਂਦਾ ਹੈਗਾ, ਸੁੱਖ ਦੀ ਨੀਂਦ ਸੌਂਦਾ। ਉਹ ਮੈਨੂੰ ਬੁੱਝ ਲਿਆ ਕੁਝ ਤੇ ਮੇਰੇ ਗਲ ਸਿਆਪਾ ਪੈ ਗਿਆ। ਇਹ ਅਵਸਥਾ ਇਹ ਹੈ ਜਦੋਂ ਬੰਦਾ ਕੌਨਸ਼ੀਅਸ ਇਨਕੰਪੈਟੀਬਲ ਹੋ ਜਾਂਦਾ, ਉਹਨੂੰ ਆਪਣੀ ਕਮੀਆਂ ਦਾ ਅਹਿਸਾਸ ਹੋਣਾ ਸ਼ੁਰੂ ਹੋ ਜਾਏ ਵੀ ਓ ਹੋ ਦੈਟਸ ਨਾਟ ਗੁੱਡ, ਦੈਟਸ ਨਾਟ ਗੁੱਡ। ਇੱਥੇ ਫਿਰ ਤੜਪਦਾ ਬੰਦਾ। ਫਿਰ ਜੇ ਕਿਤੇ ਐਫਰਟ ਪਾ ਲਵੇ, ਇਹ ਵੀ ਹੈ। ਇਹਨੂੰ ਸਾਡੇ ਲਿਟਰੇਚਰ 'ਚ ਕਿਹਾ ਜਾਂਦਾ ਹੈ ਕਿ ਅਸੀਂ ਮੋਸਟਲੀ ਜਿਹੜਾ ਹੈਗਾ ਆਤਮ ਸੁਪਨ ਅਵਸਥਾ ਜੀਨੇ ਆ। ਜੇ ਕਿਤੇ ਥੋੜ੍ਹਾ ਜਿਹਾ ਇਸ ਤੋਂ ਉੱਠ ਜਾਈਏ ਫਿਰ ਆਤਮ ਭ੍ਰਾਂਤੀ ਦਾ ਪਤਾ ਲੱਗ ਜਾਂਦਾ ਕਿ ਮੇਰੇ ਅੰਦਰ ਹੋ ਕੀ ਰਿਹਾ। ਇੱਥੋਂ ਪੋਸੀਬਿਲਿਟੀ ਹੈ ਬੰਦਾ ਆਤਮ ਭ੍ਰਾਂਤੀ ਤੋਂ ਆਤਮ ਦਾਹ ਵਾਲੇ ਪਾਸੇ ਤੁਰ ਪਏ ਜਾਂ ਆਤਮ ਕ੍ਰਾਂਤੀ ਵਾਲੇ ਪਾਸੇ ਤੁਰ ਪਵੇ। ਜਿਹੜੇ ਆਤਮ ਭ੍ਰਾਂਤੀ ਨੂੰ ਵਿਟਨੈਸ ਕਰ ਲੈਂਦੇ ਨੇ, ਜਿਵੇਂ ਤੁਸੀਂ ਬਹੁਤ ਸਾਰੇ ਬਹੁਤ ਮਤਲਬ ਇਨਲਾਈਟਡ ਲੋਕ ਵੇਖੋਗੇ ਪੰਜਾਬੀ ਜ਼ਬਾਨ ਦੇ ਵਿੱਚ, ਜੇ ਆਪਾਂ ਦੇਖੀਏ ਤੁਹਾਨੂੰ ਕੁਝ ਇਹੋ ਜਿਹੇ ਲੋਕ ਮਿਲ ਜਾਣਗੇ। ਜਿਵੇਂ ਸਪੋਜ਼ ਕਰੋ ਜਿਹੜਾ ਸ਼ਿਵ ਕੁਮਾਰ ਬਟਾਲਵੀ ਸੀਗਾ, ਐਸਾ ਪੋਇਟ ਹੋਏਗਾ, ਕਮਾਲ ਦਾ ਪੋਇਟ। ਮਤਲਬ ਤੁਸੀਂ ਵੀ ਕੰਡਿਆਲੀਆਂ ਥੋਰਾਂ ਦੇਖੀਆਂ ਹੋਣਗੀਆਂ, ਜਦੋਂ ਉਹਨੇ ਵੇਖੀ ਇੱਕ ਲੰਮੀ ਚੌੜੀ ਗੀਤ ਲਿਖ ਮਾਰਿਆ, ਮੈਂ ਕੰਡਿਆਲੀ ਥੋਰ ਵੇ ਸੱਜਣਾ, ਉਸ ਰੂਪ ਦੇ ਵਿੱਚ। ਤੁਸੀਂ ਵੀ ਭੱਟੀ ਦੇ ਦਾਣੇ ਭੁੱਜਦੇ ਦੇਖੇ ਹੋਣਗੇ, ਉਹਨੇ ਦੇਖੇ ਦੇ ਇੱਕ ਅਮਰ ਨਗਮਾ ਲਿਖ ਮਾਰਿਆ। ਐਸੀਆਂ ਐਸੀਆਂ ਚੀਜ਼ਾਂ, ਮਤਲਬ ਔਰਤ ਦੀ ਹੋਣ ਦੇ ਉੱਤੇ ਜੋ ਉਸਨੇ ਮਤਲਬ ਇੱਕ ਕਮਾਲ ਦੀ ਚੀਜ਼ ਲਿਖੀ, ਜਿਹਦੇ 'ਚ ਲੂਣਾ ਨੂੰ ਇੱਕ ਨਵੇਂ ਰੂਪ ਵਿੱਚ ਪ੍ਰੈਜ਼ੈਂਟ ਕੀਤਾ ਉਸਨੇ। ਪੂਰੇ ਦਾ ਪੂਰਾ ਨਰੇਸ਼ਨ ਬਦਲ ਦਿੱਤੀ ਪੰਜਾਬੀ ਸਾਹਿਤ ਤੇ ਲਿਟਰੇਚਰ ਦੀ। ਤੇ ਹੋਇਆ ਕਿ ਸ਼ਰਾਬ ਦੇ ਪਿਆਲੇ 'ਚ ਡੁੱਬ ਕੇ ਮਰ ਗਿਆ, ਬੜੀ ਯੰਗ ਏਜ 'ਚ। 32 ਵਰਿਆਂ ਦੀ ਉਮਰ ਕਿੰਨੀ ਕੁ ਹੁੰਦੀ ਹੈ। ਇਨ ਬਿਨ ਨੰਦ ਲਾਲ ਨੂਰਪੁਰੀ ਐਸਾ ਲਖਾਰੀ, ਮਤਲਬ ਕਮਾਲ ਦੇ ਉਹਨੇ ਗੀਤ ਲਿਖੇ, ਕਮਾਲ ਦੀਆਂ ਲਫ਼ਜ਼ਾਂ ਦੀ ਪਰੋਈ ਪਰੋੜਾ ਕੀਤਾ। ਪਰ ਮਰਿਆ ਕਿਵੇਂ? ਆਤਮ ਹੱਤਿਆ ਦੇ ਨਾਲ। ਕਿਉਂਕਿ ਇੱਥੋਂ ਇਹ ਹੈ ਕਿ ਜਦੋਂ ਇਸ ਕਿਸਮ ਦੇ ਨਾਲ ਬੰਦਾ ਆਪਣੀ ਉਸ ਇਨਕੰਪੈਟੀਬਿਲਿਟੀ ਨੂੰ ਵਿਟਨੈਸ ਕਰਦਾ, ਉਹ ਇਹ ਤਾਂ ਬਹੁਤ ਹਾਰਡ ਆ। ਪਰ ਇਹਦੇ 'ਚ ਇਹ ਹੈ ਕਿਉਂਕਿ ਜੇ ਗੁਰੂ ਆ ਜਾਏ, ਗੁਰੂ ਫਿਰ ਬਾਂਹ ਫੜ ਲੈਂਦਾ ਹੈ। ਬੰਦਾ ਜਦੋਂ ਇੱਕ ਹਾਇਰ ਅਥਾਰਟੀ ਤੇ ਭਰੋਸਾ ਕਰ ਲੈਂਦਾ ਵੀ ਕੋਈ ਗੱਲ ਨਹੀਂ, ਮਾੜੇ ਹਾਂ ਇਹਨੂੰ ਕਿਹਾ ਗਿਆ ਕਿ ਮਾਟੀ ਕਾ ਕਿਆ ਧੋਪ ਹੈ ਸਵਾਮੀ, ਮਾਨਸ ਕੀ ਗਤ ਇਹੀ। ਮਨੁੱਖ ਤੋਂ ਕਿੰਨਾ ਕੁ ਤੁਸੀਂ ਐਕਸਪੈਕਟ ਕਰੋਗੇ? ਆਖਰਕਾਰ ਹੈ ਤੇ ਮਨੁੱਖ ਹੀ ਨਾ। ਮਿੱਟੀ ਨੂੰ ਕਿੰਨਾ ਕੁ ਧੋ ਲੋਗੇ ਤੁਸੀਂ? ਇਸ ਕਰਕੇ ਬਾਬਾ, ਇਹਦੇ ਤੂੰ ਹੀ ਤਰਸ ਕਰਨ ਵਾਲਾ ਹੈ। ਤੂੰ ਹੀ ਹੈ ਜਿਹੜਾ ਮਿੱਟੀ ਨੂੰ ਮਤਲਬ ਸੋਨਾ ਬਣਾ ਦੇਣਾ। ਤੇ ਉਹਦਾ ਕਈ ਵਾਰੀ ਰੂਪ ਵੀ ਵਟਾਉਣ ਦੀ ਲੋੜ ਨਹੀਂ ਪੈਂਦੀ ਨਾ। ਗੁਰਦੁਆਰੇ ਦੀ ਦਹਲੀਜ਼ ਤੇ ਆਉਂਦੇ ਹੋ, ਦਹਲੀਜ਼ ਨੂੰ ਮੱਥੇ ਇਸ ਤਰੀਕੇ ਨਾਲ ਹੱਥ ਲਾ ਕੇ ਮੱਥੇ ਨੂੰ ਲਾ ਲੈਂਦੇ, ਹੈ ਤੇ ਮਿੱਟੀ ਹੈ, ਪਰ ਮਿੱਟੀ ਦੇ ਕੀ ਰੂਪ ਵਟਾਇਆ ਗਿਆ। ਹਰ ਕੀ ਵਡਿਆਈ ਦੇਖੋ ਸੰਤੋ, ਹਰ ਨਿਮਾਣਿਆ ਮਾਣ ਦਿਵਾਏ। ਜੋ ਧਰਤੀ ਚਰਨ ਤਲੇ ਤੇ ਉੱਪਰ ਆਵੇ, ਜੋ ਸਾਧ ਜਣਾ ਨਾਨਕ ਜਗਤ ਆਣ ਸਭ ਪੈਰੀ ਪਾਏ। ਸੋ ਇਹ ਉਹਦਾ ਵਡੱਪਨ ਆ। ਇਸ ਭਰੋਸੇ ਚਲਾ ਜਾਏ ਬੰਦਾ, ਫਿਰ ਉਹਨੂੰ ਆਤਮ ਦਾਹ ਕਰਨ ਦੀ ਲੋੜ ਨਹੀਂ ਪੈਂਦੀ। ਮੈਂ ਪਹਿਲਾਂ ਬੇਨਤੀ ਕਰਦਾ, ਆਤਮ ਸੁਪਨ ਅਵਸਥਾ ਆ, ਉਸ ਤੋਂ ਬਾਅਦ ਫਿਰ ਜਿਹੜੀ ਹੈ ਆਤਮ ਭ੍ਰਾਂਤੀ ਦੀ ਅਵਸਥਾ ਨੂੰ ਬੰਦਾ ਵਿਟਨੈਸ ਕਰਦਾ ਆ। ਫਿਰ ਉਹਦੇ ਚੋਂ ਜਾਂ ਆਤਮ ਦਾਹ ਹੈ, ਆਤਮ ਕ੍ਰਾਂਤੀ, ਤੇ ਇਹਦੇ ਚੋਂ ਫਿਰ ਆਤਮ ਸ਼ਾਂਤੀ ਹੈ। ਐਕਚੁਅਲੀ ਜਿਹੜਾ ਹਾਇਰ ਲੈਵਲ ਹੈ, ਫਿਰ ਇੱਕ ਬਿਲਕੁਲ ਬੰਦਾ ਪੀਸ ਆਫ ਮਾਈਂਡ 'ਚ ਆ ਜਾਂਦਾ। ਇਹ ਨਹੀਂ ਕਿ ਦੁਨੀਆ ਬਦਲ ਜਾਂਦੀ, ਦੁਨੀਆ 'ਚ ਸਭ ਕੁਝ ਹੁੰਦਾ,
ਇੱਥੇ ਹੀ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਸਰੀਖੀ ਰੂਹ ਨੂੰ ਦੇਖੋ ਤੁਸੀਂ। ਸਾਡੇ ਤੇ ਇਹ ਹੈ ਵੀ ਕਿਤੇ ਮਾੜਾ ਜਿਹਾ ਸਵੇਰੇ ਸ਼ਾਮ ਕੋਈ ਗੜਬੜ ਹੋ ਜਾਏ, ਕੁਛ ਛੋਟਾ ਮੋਟਾ ਕੰਮ ਖਰਾਬ ਹੋ ਜਾਏ, ਤੇ ਸਾਨੂੰ ਲੱਗਦਾ ਵੀ ਕੋਈ ਬੰਦਾ ਮੇਰੇ ਨਾਲ ਗੱਲ ਨਾ ਕਰੇ। ਤੇ ਐਸੀ ਹਾਲਤ ਆ ਵੀ ਪੂਰੀ ਜੰਗ ਲੜ ਕੇ ਆਉਂਦੇ ਨੇ, ਤੇ ਜੰਗ ਲੜ ਕੇ ਆ ਕੇ ਬਿਲਕੁਲ ਆ ਕੇ ਬੈਠਦੇ, ਸਮਾਧੀ ਆਸੀਨ ਹੁੰਦੇ, ਪਰ ਫੜਦੇ, ਸ਼ਾਹੀ ਦਾ ਟੋਭਾ ਲਾਉਂਦੇ, ਦਾ ਪੂਰਾ ਇੱਕ ਅਧਿਆਤਮੀ ਰਚਨਾ ਲਿਖ ਦਿੰਦੇ, ਪੂਰੀ ਅਕਾਲ ਉਸਤਤ ਲਿਖ ਦਿੰਦੇ, ਸਵਈਏ ਲਿਖਦੇ ਤੇ ਕਮਾਲ ਕਰ ਦਿੰਦੇ ਇਸ ਰੂਪ ਦੇ ਵਿੱਚ। ਇਸ ਤਰੀਕੇ ਦਾ ਬਾਕੀ ਉਹ ਹੈ ਕਿ ਇਹ ਨਹੀਂ ਕਿ ਬੜਾ ਉਹਨਾਂ ਕੋਲ ਸਮਾਂ ਸੀਗਾ ਤੇ ਉਹ ਬੜੇ ਸਮੇਂ ਦੇ ਵਿੱਚ ਬੜੇ ਉਸ ਤਰੀਕੇ ਨਾਲ, ਨਾ, ਬੜੇ ਛੋਟੇ ਜਿਹੇ ਸਮੇਂ ਦੇ ਪੜਾਅ ਦੇ ਵਿੱਚ 9 ਵਰੇ ਦੀ ਅਰਬਲਾਜ ਗੱਦੀ ਤੇ ਬੈਠੇ, ਤੇ ਉਸ ਤੋਂ ਬਾਅਦ ਲਗਾਤਾਰ ਜਿਹੜਾ ਹੈਗਾ ਉਸ ਤਰੀਕੇ ਜਿਹੜਾ ਲਗਾਤਾਰ ਚੱਲਦਾ ਰਿਹਾ। ਇਹ ਹੈ ਕਿ ਉਸ ਚੀਜ਼ ਨੂੰ ਮੰਨਿਆ ਜਾ ਸਕਦਾ ਆ। ਮੈਂ ਕਹਿ ਰਿਹਾ ਸੀਗਾ ਕਿ ਜੇ ਆਪਾਂ ਮਾਡਰਨ ਸਾਈਕੋਲੋਜੀ 'ਚ ਆ ਜਾਈਏ ਤਾਂ ਉਹ ਕਹਿੰਦੇ ਕਿ ਅਨਕੌਂਸ਼ੀਅਸ ਇਨਕੰਪੈਟੀਬਲ, ਕੌਂਸ਼ੀਅਸ ਇਨਕੰਪੈਟੀਬਲ, ਕੌਂਸ਼ੀਅਸ ਕੰਪੈਟੀਬਲ। ਨਾ ਨਾ ਨਾ, ਇਹ ਆਈਡੀਅਲ ਨਹੀਂ ਗਾ। ਆਈਡੀਅਲ ਕੀ ਹੈ? ਅਨਕੌਂਸ਼ੀਅਸ ਕੰਪੈਟੀਬਲ। ਸੁਤੇ ਸਿੱਧੀ ਗਲਤੀ ਨਹੀਂ ਹੋਏਗੀ। ਇਹ ਸੁਪਨ ਅਵਸਥਾ ਚਲਾ ਜਾਏ ਬੰਦਾ, ਬਿਲਕੁਲ ਸੁਪਨੇ ਹੂੰ ਬਰੜਾਇਕ ਹੈ ਜਿਹ ਮੁਖ ਨਿਕਸੈ ਰਾਮ। ਅੱਖਾਂ ਬੰਦ ਵੀ ਹੋਣ ਤੇ ਸੁਪਨਾ ਵੀ ਉਹ ਨਾ ਆਵੇ ਜਿਹੜੀ ਚੀਜ਼ ਚਾਹੀਦੀ ਨੇਗੀ। ਸੋ ਇਹ ਹੈ ਜਦੋਂ ਬੰਦਾ ਇਸ ਹਾਲਤ ਵਿੱਚ ਆ ਗਿਆ ਨਾ, ਮਹਾਰਾਜ ਕਹਿੰਦੇ ਗੁਰ ਪ੍ਰਸਾਦੀ ਅਨ ਦਿਨ ਜਾਗਾ ਹੈ। ਵੀ ਚਲੋ ਦਿਨੇ ਤੇ ਬੰਦਾ ਜਾਗੇ, ਰਾਤ ਨੂੰ ਕੌਣ ਜਾਗੇ? ਰਾਤ ਨੂੰ ਵੀ ਐਵੇਂ ਜਾਗੇ ਵੀ ਸੁਪਨਾ ਵੀ ਮਾੜਾ ਨਹੀਂ ਗਾ। ਇਹ ਜਾਗਰਤ ਅਵਸਥਾ ਆ, ਇਹ ਚਰਮ ਅਵਸਥਾ ਆ। ਇਸ ਅਵਸਥਾ 'ਚ ਚਲਾ ਜਾਂਦਾ ਬੰਦਾ। ਅਦਰਵਾਈਜ਼ ਜਿਹਦੇ ਅਸੀਂ ਸੁਪਨੇ ਦੇਖਦੇ ਆ, ਉਹ ਸੁਪਨੇ ਨਹੀਂ, ਇੱਕ ਦਿਨ ਹਕੀਕਤ ਵੀ ਹੋ ਜਾਂਦੀ ਉਹ। ਇਹ ਸੱਚ ਹੈ। ਜਿਹੜੀ ਚੀਜ਼ ਨੂੰ ਅੱਜ ਖਿਆਲਾਂ 'ਚ ਕਰ ਰਹੇ ਹੋ ਨਾ, ਤੇ ਉਹ ਖਿਆਲ ਨਹੀਂ ਇਕੱਲੇ ਰਹਿਣਗੇ, ਰਿਐਲਿਟੀ 'ਚ ਵੀ ਆ ਜਾਏਗਾ। ਐਂਡ ਇਫ ਯੂ ਰੀਅਲੀ ਵਾਂਟ ਟੂ ਚੇਂਜ, ਵੀ ਹੈਵ ਟੂ ਵਰਕ ਔਨ ਦੈਟ ਸਾਈਡ। ਇਸੇ ਕਰਕੇ ਕਿਹਾ ਜਾਂਦਾ ਕਿ ਥਾਟਸ ਦੇ ਉੱਤੇ ਕੰਮ ਕਰੋ। ਥਾਟ ਪ੍ਰੋਸੈਸ ਹੀ ਜਿਹੜਾ ਆ, ਜੇ ਉਹਨੂੰ ਨਹੀਂ ਤੁਸੀਂ ਡਾਇਰੈਕਟ ਕਰੋਗੇ, ਉਹਨੂੰ ਪ੍ਰੋਪਰ ਨਹੀਂ ਫੜੋਗੇ, ਅਲਟੀਮੇਟਲੀ ਵਰਡਸ ਨਹੀਂ ਬਦਲ ਪਾਓਗੇ, ਐਕਸ਼ਨ ਨਹੀਂ ਬਦਲ ਪਾਓਗੇ। ਹੈਬਿਟਸ ਤੇ ਭੁੱਲ ਹੀ ਜਾਓ ਨਾ, ਆਪਣਾ ਕਰੈਕਟਰ ਤੇ ਛੱਡ ਦਿਓ। ਪਰਸਨੈਲਿਟੀ ਫੋਰਗੇਟ ਅਬਾਊਟ ਇਟ। ਜਿਹੜੀ ਤੁਹਾਡੀ ਡੈਸਟਨੀ ਹੈ, ਇਹ ਤੇ ਤੈਅ ਹੋ ਗਈ ਹੈ ਆਲਰੇਡੀ, ਕਿਉਂਕਿ ਉਸ ਰਿਫਲੈਕਟ ਹੋ ਰਹੀ ਹੈ ਜੋ ਕੁਛ ਆ ਰਿਹਾ ਉਸ ਰੂਪ ਦੇ ਵਿੱਚ। ਇੱਥੇ ਗੁਰੂ ਬਾਬਾ ਜੀ ਕਹਿੰਦੇ ਜਦੋਂ ਗੁਰ ਸ਼ਬਦ ਵਰਤਿਆ, ਗੁਰ ਪ੍ਰਸਾਦੀ ਅੰਦਿਨ ਜਾਗੈ, ਨਿਰਮਲ ਨਾਮ ਵਸੈ ਘਟ ਭੀਤਰ, ਮੈਲ ਰਹਿਤ ਨਾਮ ਰੱਬੀ ਹੋਂਦ ਘਟ ਵਿੱਚ ਆਵਸੀ। ਅਕਾਲ ਪੁਰਖ ਵਾਹਿਗੁਰੂ ਦਾ ਅਹਿਸਾਸ ਸੁਰਤ 'ਚ ਡਾਢਾ ਬੈਠ ਗਿਆ ਆ ਕੇ। ਇਹ ਇੱਕ ਬੜੀ ਕਹਿ ਲਓ ਕਿ ਬਖਸ਼ਿਸ਼ ਆ। ਅਦਰਵਾਈਜ਼ ਮਾਫੀ ਚਾਹਾਂਗਾ, ਬੰਦਾ ਰੱਬ ਕਰ ਵੀ ਰਿਹਾ ਮੂੰਹ ਤੋਂ ਵੀ, ਅੰਦਰ ਕੋਈ ਰੱਬ ਦਾ ਭੈ ਨਹੀਂ ਹੈਗਾ। ਸੁਣ ਵੀ ਰਿਹਾ ਕੰਨਾਂ ਨਾਲ, ਅੰਦਰ ਕੋਈ ਰੱਬ ਦਾ ਭੈ ਨਹੀਂ ਹੈਗਾ। ਇਹ ਤੇ ਕਈ ਵਾਰ ਹੋਏਗਾ ਕਿ ਕਿਤੇ ਤਰਸ ਕਰੇ ਤੇ ਬੰਦੇ ਨੂੰ ਅਹਿਸਾਸ ਆਏ ਵੀ ਹੈ ਭਾਈ ਮੇਰੇ ਅੰਦਰ ਵੀ, ਮੇਰੇ ਬਾਹਰ ਵੀ ਹੈ। ਇੱਕ ਸਟੇਟ ਆਫ ਮਾਈਂਡ ਐਸੀ ਆ ਜਾਏ, ਫਿਰ ਇੱਥੇ ਆ ਕੇ ਬੰਦਾ ਵਾਕਿਆ 'ਚ ਉਹਨੂੰ ਮਾਣਦਾ ਆ। ਉਹਨੂੰ ਉਹ ਫਿਰ ਸੱਚ ਖੰਡ ਵਸੈ ਨਿਰੰਕਾਰ, ਉਹਦਾ ਖੰਡ ਹੋ ਜਾਣਾ, ਹਿੱਸਾ ਹੋ ਜਾਣਾ। ਗੁਰੂ ਬਾਬਾ ਜੀ ਕਹਿੰਦੇ ਨਿਰਮਲ ਨਾਮ ਵਸੈ ਘਟ ਭੀਤਰ, ਜੋਤੀ ਜੋਤ ਮਿਲਾਵਣਿਆ। ਜੋਤ 'ਚ ਜੋਤ ਜਾ ਕੇ ਰਲ ਗਈ। ਐਨਰਜੀ ਹੈ, ਹਾਇਰ ਐਨਰਜੀ, ਯੂਨੀਵਰਸਲ ਐਨਰਜੀ ਨਾਲ ਅੰਗੇਜ ਹੋ ਗਏ। ਅਗਲਾ ਬਚਨ ਆ ਤ੍ਰੈ ਗੁਣ ਪੜ੍ਹੈ ਹਰ ਤਤ ਨਾ ਜਾਣੈ। ਕਿਉਂਕਿ ਬਾਤ ਇੱਥੇ ਸ਼ੁਰੂ ਹੋਈ ਸੀਗੀ ਮਨਮੁਖ ਪੜ੍ਹੈ ਪੰਡਤ ਕਹਾਵੈ, ਕਿਉਂਕਿ ਵਿਦਵਤਾ ਦੀ ਗੱਲ, ਉਹ ਸਾਰੇ ਕਾਸੇ ਦੀ ਗੱਲ। ਤੁਸੀਂ ਦੇਖੋ, ਇਹ ਤਾਂ ਨਹੀਂ ਮੁਨਕਰ ਹੋਇਆ ਜਾ ਸਕਦਾ ਕਿ ਜਿਹੜੇ ਭਾਰਤੀ ਖਿੱਤੇ ਦੇ ਸ਼ਾਸਤਰਾਰਥ ਕਰਨ ਵਾਲੇ ਲੋਕ ਸੀਗੇ, ਸੂਰਜ ਗ੍ਰਹਿਣ ਕਦੋਂ ਲੱਗਣਾ ਹੈ, ਚੰਦਰ ਗ੍ਰਹਿਣ ਕਦੋਂ ਲੱਗਣਾ ਹੈ, ਇਹਦੇ ਬਾਬਤ ਮਾਡਰਨ ਸਾਇੰਸ ਤੇ ਹੁਣ ਲੱਗੀ ਜਾਣਨ। ਜਿਹਨਾਂ ਨੂੰ ਤਾਰਿਆਂ ਸਿਆਰਿਆਂ ਬਾਰੇ ਸਭ ਪਤਾ ਸੀਗਾ, ਇੱਕ ਮਿੰਟ ਲਾਉਂਦੇ ਸੀ ਕੈਲਕੂਲੇਸ਼ਨ ਕਰਕੇ, ਸਾਰਾ ਕੁਝ ਦੱਸ ਦਿੰਦੇ ਸੀਗੇ। ਮਤਲਬ ਇਹ ਸਭ ਚੀਜ਼ਾਂ ਉਹਨਾਂ ਦੇ ਵਿੱਦਿਆ ਸੀ, ਸਾਰੀ ਤਾਲੀਮ ਸੀ ਸਾਰੇ ਦੀ ਸਾਰੀ। ਤੇ ਉਹਨਾਂ ਨੂੰ ਅਹਿਸਾਸ ਸੀਗਾ ਕਿ ਜਿਹੜੇ ਤ੍ਰੈ ਗੁਣ ਰਜੋ ਤਮੋ ਸਦੋ, ਇਹਨਾਂ ਦਾ ਪ੍ਰਭਾਵ ਜੀਵਨ 'ਚ ਕੀ ਹੁੰਦਾ ਆ। ਵਕਤ ਦੇ ਨਾਲ ਵਿੱਦਿਆ ਵੰਡੋਗੇ ਵੱਧ ਜਾਏਗੀ। ਵਿੱਦਿਆ ਨੂੰ ਲਿਮਟਿਡ ਐਕਸਪੋਜ਼ਰ ਦਿਓਗੇ, ਅਲਟੀਮੇਟਲੀ ਉਹ ਨੈਰੋ ਹੁੰਦੀ ਜਾਏਗੀ ਤੇ ਉਹਨੂੰ ਫਿਰ ਜਾਣਨ ਸਮਝਣ ਵਾਲੇ ਲੋਕ ਘੱਟ ਜਾਣਗੇ ਤੇ ਫਿਰ ਖਤਮ ਹੋ ਜਾਏਗੀ, ਐਲੀਮੀਨੇਟ ਹੋ ਜਾਏਗੀ। ਇਹਦੇ 'ਚ ਇਹ ਵੀ ਹੁੰਦਾ ਕਿ ਕੁਛ ਵਿੱਦਿਆ ਸਿਰਫ ਇੰਟਲੈਕਟ ਦੇ ਬੇਸ ਤੇ ਨਹੀਂ ਹੁੰਦੀ, ਕੁਛ ਵਿੱਦਿਆ ਬੰਦੇ ਦੇ
ਪੈਸ਼ਨ ਮਤਲਬ ਪੈਸ਼ਨੇਬਲ ਹੋਣ, ਉਹਦੇ ਧੁਨ ਦੇ ਆਧਾਰ ਤੇ ਉਹਨੂੰ ਧੁਨ ਲੱਗਣੀ ਕਿਸੇ ਚੀਜ਼ ਦੀ। ਮਤਲਬ ਉਹ ਸਿਰਫ 2 4 5 ਘੰਟੇ ਦੀ ਪ੍ਰੈਕਟਿਸ ਨਹੀਂ ਮੰਗਦੀ, ਉਹ ਸਾਲਾਂ ਬੱਧੀ ਜੀਵਨ ਮੰਗਦੀ ਹੈ ਬੰਦੇ ਦਾ। ਤੇ ਜੇ ਬੰਦਾ ਨਹੀਂ ਦੇਗਾ ਉਸ ਨੂੰ ਤੇ ਉਹ ਵਿਦਿਆ ਉੱਥੋਂ ਤੱਕ ਨਹੀਂ ਪਹੁੰਚ ਪਾਏਗੀ। ਜਿਵੇਂ ਸੰਗੀਤ ਆ, ਇਹ ਸਿਰਫ ਜਸਟ ਉਹਦੀ ਖੇਡ ਨਹੀਂ ਹੈ ਕਿ ਤੁਸੀਂ ਕਿਸੇ ਤੋਂ 2 4 ਲੈਸਨ ਲੈ ਕੇ ਸਿੱਖ ਲਵੋਗੇ ਨਾ। ਇਹਦੇ 'ਚ ਬੜਾ ਬੰਦਾ ਡੂੰਘਾ ਜਾਏਗਾ ਤਾਂ ਬਾਤ ਬਣੇਗੀ। ਇਹਨੇ ਬਿਨ ਹਿਕਮਤ, ਜਿਹਨੂੰ ਅਸੀਂ ਮੈਡੀਕਲ ਲੈਵਲ ਕਹਿੰਦੇ ਹਾਂ, ਪਰ ਮੈਡੀਕਲ ਦੇ 'ਚ ਅਸੀਂ ਐਲੋਪੈਥੀ ਨੂੰ ਜ਼ਿਆਦਾ ਮੰਨਦੇ ਹਾਂ। ਐਕਚੁਅਲੀ ਜਿਹੜੀ ਹਿਕਮਤ ਦਾ ਮਤਲਬ ਬੰਦੇ ਦੀ ਨਬਜ਼ ਫੜਨੀ ਹੈ। ਐਵੇਂ ਕੋਈ ਬਲੱਡ ਵਰਕ ਨਹੀਂ, ਕੋਈ ਕੁਛ ਨਹੀਂ, ਤੇ ਨਬਜ਼ ਫੜ ਕੇ ਇੱਥੋਂ ਦੱਸ ਦੇਣਾ ਕਿ ਬੰਦੇ ਨੂੰ ਰੋਗ ਕੀ ਹੈ। ਹਿਕਮਤ ਐਕਚੁਅਲੀ ਇਹ ਇੱਕ ਬਹੁਤ ਹਾਇਰ ਲੈਵਲ ਦੀ ਇੱਕ ਅੰਗੇਜਮੈਂਟ ਹੈ ਉਹਦੇ ਨਾਲ। ਜਿਹੜੀਆਂ ਪੁਰਾਣੀਆਂ ਤੁਸੀਂ ਵੈਦਿਕ ਪ੍ਰਪਾਰਟੀਆਂ ਦੇਖਦੇ ਹੋ, ਜਿਹਦੇ 'ਚ ਆਯੁਰਵੇਦਾ ਵਗੈਰਾ ਤੇ ਸਭ ਚੀਜ਼ਾਂ ਕੀਤੀਆਂ, ਫਿਰ ਤੇ ਹੋ ਗਿਆ ਨਾ ਕਿ ਜਦੋਂ ਸਵਾਰਥ ਸਿੱਧੀ ਵਾਸਤੇ ਬੰਦਾ ਤੁਰ ਪਏ ਤੇ ਬਿਮਾਰੀ ਰੋਕਣਾ ਬੰਦੇ ਦਾ ਪਰਪਸ ਨਹੀਂ ਹੈਗਾ, ਕਿਉਂਕਿ ਰੋਕਿਆ ਬਿਮਾਰੀ ਫਾਇਦਾ ਕੀ ਹੈ? ਬਿਮਾਰੀ ਫੈਲੇਗੀ ਤੇ ਹਕੀਮ ਦੀ ਵੈਲਿਊ ਵਧੇਗੀ, ਦਵਾਈ ਦੀ ਵੈਲਿਊ ਵਧੇਗੀ, ਤੇ ਜਿੱਥੇ ਸਿਰਫ ਵੈਲਿਊ ਅਟੇਨ ਕਰਨਾ ਉਹਨੂੰ ਕਮਾਉਣਾ ਆ, ਫਿਰ ਤੇ ਬਿਮਾਰੀ ਫੈਲਣੀ ਚਾਹੀਦੀ ਹੈ, ਫਿਰ ਤੇ ਉਹਨੂੰ ਕੰਟਰੋਲ ਥੋੜਾ ਕਰਨਾ ਚਾਹੀਦਾ ਹੈਗਾ। ਇਹ ਤੇ ਰੀਸੈਂਟਲੀ ਜਦੋਂ ਕੋਵਿਡ ਬਾਰੇ ਰਿਸਰਚ ਹੋ ਰਹੀ ਸੀ, ਮੈਡੀਸਨ ਸਾਈਡ ਤੇ ਸਾਰੀ ਵੈਕਸੀਨ ਬਾਰੇ, ਤੇ ਉਦੋਂ ਹੀ ਗੱਲਾਂ ਹੋ ਰਹੀਆਂ ਸੀਗੀਆਂ। ਮੈਂ ਦੇਖ ਰਿਹਾ ਸੀਗਾ ਕਿ ਬੜੇ ਡਿਫਰੈਂਟ ਲੈਵਲ ਤੇ ਇੱਕ ਡਾਇਲੋਗ ਚੱਲ ਰਿਹਾ ਸੀਗਾ ਕਿ ਐਵੇਂ ਹੋਏਗਾ, ਕੋਈ ਇੱਕ ਸ਼ਾਟ ਲੈ ਆਵੇਗਾ, ਲਿਆਂਦਾ ਜਾਏਗਾ, ਜਿਵੇਂ ਚਿਕਨ ਪੌਕਸ ਵਾਸਤੇ ਜਾਂ ਪੋਲੀਓ ਵਾਸਤੇ ਵੀ ਇੱਕ ਡ੍ਰੌਪ ਪਾਈ ਤੇ ਡਨ। ਉਹ ਕਹਿੰਦੇ ਨਹੀਂ ਫਿਰ ਫਾਰਮਾਕੋਲੋਜੀਕਲ ਕੰਪਨੀਆਂ ਜਿਹੜੀਆਂ ਨੇ, ਫਾਰਮਾਸਿਊਟੀਕਲ ਕੰਪਨੀਆਂ, ਇਹਨਾਂ ਨੂੰ ਕੀ ਫਾਇਦਾ ਆ? ਇਹ ਤਾਂ ਫਾਇਦਾ ਤਾਂ ਜੇ ਫਲੂ ਸ਼ਾਟ ਲੱਗਣ, ਮਤਲਬ ਹਰ ਸਾਲ ਬਾਅਦ ਉਹਨੂੰ ਬੂਸਟਰ ਸ਼ਾਟ ਦਿੱਤਾ ਜਾਏ, ਹਰ ਸਾਲ ਬਾਅਦ ਬਿਜ਼ਨਸ ਚੱਲੇ, ਕਾਰੋਬਾਰ ਵਧੇ, ਕਿਆ ਬਾਤ ਹੈ, ਇਹ ਤੇ ਚੀਜ਼ ਹੋਏਗੀ। ਤੇ ਉਹ ਕਹਿੰਦੇ ਵੀ ਹੋ ਸਕਦਾ ਹੈ ਜੇ ਕਿਤੇ ਇਸ ਤਰੀਕੇ ਨਾਲ ਹੁੰਦਾ ਰਿਹਾ ਤੇ ਇਹ ਵਾਇਰਸ ਵੀ ਨਾਲ ਦੀ ਨਾਲ ਜਿਹੜਾ ਹੈਗਾ ਨਵੇਂ ਤਰੀਕੇ ਨਾਲ ਮਿਊਟ ਹੁੰਦਾ ਜਾਏ, ਇਹ ਵੀ ਵੱਧਦਾ ਜਾਏ। ਫਿਰ ਉਹ ਕਹਿੰਦਾ ਕੋਈ ਨਾ, ਚੱਲੀ ਜਾਏ। ਬੰਦੇ ਨੂੰ ਜਿਹਨੂੰ ਅੰਤ ਨਹੀਂ ਦਿਸਦਾ, ਜਿਹਨੂੰ ਇਹ ਨਹੀਂ ਦਿਸਦਾ ਕਿ ਅਲਟੀਮੇਟਲੀ ਜਾਣਾ ਕਿੱਥੇ ਹੈ। ਆਖਰਕਾਰ ਇਹ ਸੰਸਾਰ ਦੇ ਵਿੱਚ ਜੇ ਕੁਦਰਤ ਦੇ ਸਰੂਪ ਨਾਲ ਖੇਡਾਂਗੇ, ਅੱਗ ਨਾਲ ਖੇਡਣਾ, ਤੇ ਅੱਗ ਨਾਲ ਖੇਡਣ ਵਾਲੇ ਆਪਣੇ ਕਦੇ ਦੇਖਿਆ ਹੋਏਗਾ ਜਿਹੜੇ ਮੌਤ ਦੇ ਖੂਹ ਦੇ ਵਿੱਚ ਉਹ ਵਹੀਕਲ ਚਲਾਇਆ ਕਰਦੇ ਸੀਗੇ, ਤੇ ਉਹ ਬਹੁਤਾ ਲੰਬਾ ਸਮਾਂ ਨਹੀਂ ਚਲਾਉਂਦੇ। ਅਲਟੀਮੇਟਲੀ ਜਿਹੜਾ ਇਹੋ ਜਿਹੀ ਗੇਮ ਹੈ, ਲੰਬਾ ਸਮਾਂ ਨਹੀਂ ਚੱਲਦੀ ਹੁੰਦੀ। ਇਹ ਮਨੁੱਖਤਾ ਵੀ ਇਹਦੇ 'ਚ ਨੁਕਸਾਨ ਭੋਗੇਗੀ, ਤੇ ਵਾਕਿਆ ਜਿਹੜੇ ਲੋਕ ਇਹਦੇ ਨਾਲ ਖੇਡ ਰਹੇ ਨੇ ਉਹ ਤੇ ਭੁਗਤਣਗੇ। ਪਰ ਇਹ ਜਿਹੜੀ ਬਾਤ ਮੈਂ ਬੇਨਤੀ ਕਰ ਰਿਹਾ ਸੀ ਕਿ ਜਿਹੜੀ ਹਿਕਮਤ ਦਾ ਕਨਸੈਪਟ ਆ ਭਾਈ, ਇਹਦੇ 'ਚ ਤੁਸੀਂ ਦੇਖਦੇ ਹੋ ਬੈ ਤਪ ਤੇ ਸਭ ਦੇ ਉੱਤੇ ਖੜਾ ਸੀਗਾ ਰਜੋ ਤਮੋ ਸਦੋ ਦਾ ਭਾਵ। ਇਸ ਤਰ੍ਹਾਂ ਜਾਣੋ ਕਿ ਅੱਜ ਮਤਲਬ ਜਿਹੜੀ ਫਿਜ਼ੀਕਲ ਜਾਂ ਜਿਹੜੀ ਖਾਸ ਕਰਕੇ ਫਿਜ਼ਿਕਸ ਜਿਹੜੇ ਫਿਜ਼ੀਸ਼ੀਅਨਸ ਹੁੰਦੇ ਨੇ ਉਹਨਾਂ ਵਾਲਾ ਸਾਈਡ ਲੈ ਲਓ, ਤੇ ਉਹਦੇ ਨਾਲ ਸਾਈਕੋ ਸਾਈਡ ਲੈ ਲਓ, ਦੋਨਾਂ ਨੂੰ ਕੋਰਲੇਟ ਕਰਕੇ ਇੱਕ ਮੈਡੀਕਲ ਮਾਡਲ ਬਣਾਉਣ ਦੀ ਟਰਾਈ ਕੀਤੀ ਜਾ ਰਹੀ ਹੈ, ਜਿਹਨੂੰ ਹੋਲਿਸਟਿਕ ਹੀਲਿੰਗ ਪ੍ਰੋਗਰਾਮ ਕਿਹਾ ਜਾਂਦਾ, ਵਿੱਚ ਸਪਿਰਿਚੁਅਲ ਸਾਈਡ ਵੀ ਪਾ ਕੇ। ਇਹ ਪੁਰਾਣਾ ਸਮਾਂ ਤੇ ਐਸਾ ਹੀ ਰਿਹਾ ਸੀਗਾ। ਮਤਲਬ ਕਿਸੇ ਨੂੰ ਇਸ ਰੂਪ ਦੇ ਵਿੱਚ ਸਪੋਜ਼ ਠੰਡ ਲੱਗੀ ਹੈ, ਠੰਡ ਲੱਗਣ ਦੇ ਉੱਤੇ ਕਿਸੇ ਨੂੰ ਕਹਿਣਾ ਵੀ ਤੂੰ ਨਾ ਗਰਮ ਕਾੜਾ ਕਾੜ ਕੇ ਪੀਵੇਂ, ਨਾਲ ਕੁਝ ਕਹਿ ਦੇਣਾ ਕਿ ਤੂੰ ਥੋੜਾ ਸਮਾਂ ਪਾਠ ਵੀ ਕਰੀਂ, ਇਸ ਤਰੀਕੇ ਨਾਲ ਕਰੀਂ। ਇਸ ਰੂਪ ਦੇ ਵਿੱਚ ਆ ਜਿਹੜਾ ਪਿੱਛੇ ਕਰ ਰਿਹਾ ਸੀਗਾ, ਜਿਹਦੇ ਕਰਕੇ ਠੰਡ ਲੱਗ ਗਈ, ਕੁਛ ਲੱਗ ਗਈ, ਉਹਨਾਂ ਚੀਜ਼ਾਂ ਦਾ ਬਚਾਅ ਵੀ ਕਰੀ। ਸੋ ਇੱਕ ਚੀਜ਼ ਨਾਲ ਜੋੜਤਾ ਬੰਦੇ ਨੂੰ। ਹੁਣ ਬੰਦੇ ਦੇ 'ਚ ਉਹ ਜਿਹੜੀ ਚੀਜ਼ ਜੋੜ ਦਿੱਤੀ ਗਈ, ਉਹਦੇ ਨਾਲ ਉਹਦੇ 'ਚ ਤਿੰਨੇ ਲੈਵਲ ਤੇ ਉਹਨੂੰ ਜਿਹੜਾ ਹੈਗਾ ਉਹ ਭਲਾ ਹੋਏਗਾ। ਅੱਜ ਹੁਣ ਇਸ ਨੂੰ ਨਵੇਂ ਤਰੀਕੇ ਨਾਲ ਲਿਆਂਦਾ ਜਾ ਰਿਹਾ। ਸੋ ਬ੍ਰਾਹਮਣ ਜਾਂ ਵਿਦਵਾਨ ਜਾਂ ਸਕਾਲਰ ਕਹਿ ਲਓ, ਤ੍ਰੈਗੁਣ ਪੜ੍ਹੇ ਹਰ ਤੱਤ ਨਾ ਜਾਣੇ। ਉਹ ਜਾਣਦਾ ਰਜੋ ਤਮੋ ਸਦੋ ਦਾ ਪ੍ਰਭਾਵ ਕੀ ਹੈ, ਪਰ ਫਿਰ ਤੱਤ ਨੂੰ ਨਹੀਂ ਪਛਾਣ ਰਿਹਾ।
ਜੀਵਨ ਦਾ ਪਰਪਸ ਨਹੀਂ ਪਛਾਣ ਰਿਹਾ, ਮਕਸਦ ਨਹੀਂ ਪਛਾਣ ਰਿਹਾ। ਉਹ ਸਭ ਕੁਝ ਜਾਣਦਾ ਹੋਇਆ ਸਾਰੀ ਵਿੱਦਿਆ ਤਾਲੀਮ ਜਿਹੜੀ ਆ ਉਹ ਫਿਰ ਆਪਣੀ ਕੂੜ ਦੀ ਮੱਤ ਨੂੰ ਪ੍ਰਗਟਾਉਣ ਵਾਸਤੇ ਲਾ ਰਿਹਾ ਹੈ। ਮੂਲੋਂ ਭੁੱਲੇ ਗੁਰ ਸ਼ਬਦ ਨਾ ਪਛਾਣੈ, ਮੂਲੋਂ ਭੁੱਲ ਗਏ, ਮੂਲ ਤੋਂ ਟੁੱਟ ਗਏ। ਜੋ ਵੀ ਅਮਲ ਕੀਤਾ ਜਾਏ, ਦੇਖੋ ਬੰਦੇ ਨੇ ਪੈਸਾ ਕਮਾਣਾ ਪੈਸਾ ਕਮਾਏ, ਬੰਦੇ ਨੇ ਕੋਈ ਬਿਜ਼ਨਸ ਕਰਨਾ ਬਿਜ਼ਨਸ, ਜੋ ਮਰਜ਼ੀ ਕਰ, ਅਲਟੀਮੇਟਲੀ ਕੀ ਹੈ? ਮਾਨਵਤਾ ਦਾ ਭਲਾ, ਮਨੁੱਖਤਾ ਦਾ ਭਲਾ, ਮਨੁੱਖਤਾ ਦਾ ਕਲਿਆਣ, ਕਿਸੇ ਦਾ ਨੁਕਸਾਨ ਨਹੀਂ, ਕਿਸੇ ਦੇ, ਸਭ ਨੂੰ ਆਪਣੇ ਵਰਗਾ ਅਹਿਸਾਸਣਾ, ਇਹ ਰੂਪ ਆ। ਐਵੇਂ ਹੀ ਕਿਸੇ ਨਾਲ ਵਰਤਣਾ ਜਿਵੇਂ ਆਪਣੇ ਪਰਿਵਾਰ ਭੈਣ ਭਰਾ, ਇਸ ਰੂਪ ਵਿੱਚ ਆਪਣੇ ਆਪ ਨਾਲ ਜਿਵੇਂ ਵਰਤਣਾ ਆ। ਇਹ ਜਿਹੜੀ ਚੀਜ਼ ਹੈ ਨਾ, ਇਨਕਲੂਡ ਕਰਕੇ ਦੇਖਣਾ, ਇਹ ਰੱਬ ਦੇਖਣਾ ਆ। ਬੇਸਿਕ ਗੱਲ ਆ ਟੁੱਟਦੀ ਹੈ। ਜਿੱਥੇ ਬੰਦਾ ਇਹ ਚੀਜ਼ ਤੋਂ ਦੁਰਾਡੇ ਹੋ ਜਾਏਗਾ, ਉੱਥੇ ਫਿਰ ਆਪਣੀ ਭਾਵੇਂ ਵਿੱਦਿਆ ਤਾਲੀਮ ਜੋ ਮਰਜ਼ੀ ਆ, ਉਹ ਕਿਸੇ ਨੂੰ ਐਕਸਪਲੋਇਟ ਕਰਨ ਦੀ ਟਰਾਈ ਕਰੇਗਾ। ਗੁਰੂ ਬਾਬਾ ਜੀ ਨੇ ਉਹਦੀ ਬਾਤ ਕੀਤੀ कि मूलों भूले गुरु शब्द ना पछाणै, मोह व्यापे किछ सूझै नाहीं, गुरु शब्द नी हर पावणिया। ये मोह माया च खंचित होए होए गुरु के शब्द नूं, गुरु के हुक्म नूं, अकाल पुरख वाहिगुरु दे हुक्म नहीं ਪਛਾਣਦੇ। ਤੇ ਸਭ ਕਹਿੰਦੇ ਮੋਹ ਵਿਆਪੇ ਕਿ ਸੂਝੈ ਨਾਹੀਂ, ਗੁਰ ਸ਼ਬਦੀ ਹਰ ਪਾਵਣਿਆ। ਤਾਂ ਉਹਨਾਂ ਨੂੰ ਅਹਿਸਾਸ ਹੀ ਭੁੱਲ ਜਾਂਦਾ ਕਿ ਜਿਹੜਾ ਅਸਲ ਵਿੱਚ ਜੀਵਨ ਨੂੰ ਪ੍ਰਾਪਤ ਕਰਨਾ ਹੈ ਉਹ ਸੱਚੀ ਸਿੱਖਿਆ ਦੇ ਨਾਲ ਹੈ। ਤੇ ਸੱਚੀ ਸਿੱਖਿਆ ਉਹੀ ਹੈ ਜੋ ਵਾਹਿਗੁਰੂ ਜੀ ਨੇ ਸੰਸਾਰ ਦੇ ਵਿੱਚ ਕਲਿਆਣ ਹਿੱਤ ਅਧਿਆਤਮੀ ਤਲ ਦੇ ਉੱਤੇ ਜੀਣ ਵਾਲੀਆਂ ਰੂਹਾਂ ਦੇ ਜ਼ਰੀਏ ਸਾਡੇ ਮਨੁੱਖਾਂ ਤੱਕ ਪਹੁੰਚਾਈ। ਜਿਵੇਂ ਲੋਕ ਬਾਣੀ, ਲੋਕ ਰਚਨਾ, ਗੁਰ ਸ਼ਬਦ, ਗੁਰਬਾਣੀ ਦੀ ਬਾਤ ਕਰਦੇ ਹੈਗੇ ਆ। ਸਾਹਿਬ ਰਹਿਮਤ ਕਰਨ, ਇਹਨਾਂ ਆਲਮੀ ਵਾਕਿਆਂ ਚੋਂ ਸਾਨੂੰ ਚੰਗੇਰੀ ਪ੍ਰੇਰਣਾ ਮਿਲੇ, ਅਸੀਂ ਗੁਰਮਤੀਏ ਹੋ ਸਕੀਏ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ ਭੁੱਲਾਂ ਗਲਤੀਆਂ ਨਾਲ ਚਤਾਰਿਓ। ਸਮਾਂ ਹੋ ਗਿਆ, ਭਾਈ ਸਾਹਿਬ ਸਮਾਪਨ ਕਰਾਉਣਗੇ। ਮੈਨੂੰ ਇੱਥੇ ਇਜਾਜ਼ਤ ਦੇਣੀ, ਕਹਿ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।